ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੇ ਮਨਾਂ ਅੰਦਰ ਆਪਣੀ ਵੱਖਰੀ ਪਛਾਣ ਨੂੰ ਲੈ ਕੇ ਇੱਕ ਰੀਝ ਪੈਦਾ ਹੋ ਗਈ ਸੀ। ਜਿਹੜਾ ਇਤਿਹਾਸ ਆ ਨਾ ਉਹ ਭੁਲਾ ਦੇਣ ਦੇ ਖਿਲਾਫ ਯਾਦ ਰੱਖਣ ਦੀ ਜੰਗ ਹੈਗੀ ਆ। ਅੱਜ ਜਿਹੜੀਆਂ ਸਾਰੀਆਂ ਸਟੇਟਸ ਹੈ ਉਹਨਾਂ ਦੀ ਇੱਕ ਸਰਟਨ ਪੋਲੀਟੀਕਲ ਆਈਡੀਓਲੋਜੀ ਹੁੰਦੀ ਹੈ ਤੇ ਉਹ ਉਸ ਆਈਡੀਓਲੋਜੀ ਲੋਕਾਂ ਦੇ ਦਿਮਾਗਾਂ 'ਚ ਵਾੜਨ ਦੀ ਕੋਸ਼ਿਸ਼ ਕਰਦੇ ਆ। ਸਿੱਖ ਰਾਜ ਜਾਣ ਤੋਂ ਬਾਅਦ ਸਿੱਖਾਂ ਦੇ ਨਾਲ ਵੀ ਇਹੋ ਕੁਝ ਵਾਪਰਿਆ। ਸਿਕਿਉਰਿਟੀ ਆਫ ਸਟੇਟ ਇਹ ਇੱਕ ਵੈਲਿਊ ਐਸਟੈਬਲਿਸ਼ ਕਰਤੀ ਪ੍ਰੈਜ਼ੈਂਟ ਨੇਸ਼ਨ ਸਟੇਟਸ। ਕੀ ਕਦੇ ਕਿਸੇ ਕੌਮ ਨੂੰ ਖਤਮ ਕੀਤਾ ਜਾ ਸਕਦਾ ਹੈ? ਕੀ ਕਦੇ ਕਿਸੇ ਕੌਮ ਦੀ ਪੂਰੀ ਬੋਲੀ ਨੂੰ ਖਤਮ ਕੀਤਾ ਜਾ ਸਕਦਾ ਹੈ? ਕਿ ਉਹ ਭਾਰਤ ਵਾਲੇ ਪੰਜਾਬੀ ਬੋਲੀ ਵਿੱਚ ਹਿੰਦੀ ਦੇ ਸ਼ਬਦ ਵਾੜ ਰਹੇ ਨੇ। ਸਾਡੇ ਜੇ ਸਿੱਖੀ ਬਾਰੇ ਵੀ ਬੰਦਾ ਪੜ੍ਹਦਾ ਹੈ, PhD ਕਰਦਾ ਹੈ, MA 'ਚ ਪੜ੍ਹਦਾ ਹੈ, MPhil ਕਰਦਾ, ਜਿਹੜੀ ਹਾਇਰ ਐਜੂਕੇਸ਼ਨ ਹੈ, ਉਹਦੀਆਂ ਨਜ਼ਰਾਂ 'ਚ ਜਿਹੜੇ ਸਾਡੇ ਗ੍ਰੰਥ ਹਨ, ਪੁਰਾਤਨ ਗ੍ਰੰਥ, ਉਹ ਬੇਕਾਰ ਹੈ। ਅਜੋਕੀ ਭਾਰਤੀ ਸਟੇਟ ਵੱਲੋਂ ਧਰਮ ਦੇ ਉੱਪਰ ਵੀ ਇੱਕ ਚੀਜ਼ ਲਿਆ ਕੇ ਸਥਾਪਿਤ ਕਰ ਦਿੱਤੀ ਗਈ। ਅਕਾਲ ਤਖਤ ਦਾ ਸਿਧਾਂਤ ਜੀਂਦਾ ਤੇ ਸਿੱਖ ਕੌਮ ਜੀਂਦੀ ਹੈ। ਹੁਣ ਅਕਾਲ ਤਖਤ ਢਾਇਆ, ਉਹ ਦੁਬਾਰਾ ਉਹਨਾਂ ਨੇ ਬਣਾ ਲਿਆ। ਇਹਨਾਂ ਨੇ ਇੱਥੋਂ ਫਿਰ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਜਿਹੜੀ ਹੈ ਸ਼ੁਰੂ ਕੀਤੀ। ਤੇ ਅੱਜ ਅਸੀਂ ਜਿਸ ਤਸ਼ੱਦਦ ਦੀ ਕਹਾਣੀ ਤੁਹਾਡੇ ਤੱਕ ਲੈ ਕੇ ਆਏ ਹਾਂ, ਇਹ ਨਾ ਤੇ ਪਹਿਲਾਂ ਕੀਤੀ ਗਈ, ਨਾ ਤੇ ਪਹਿਲਾਂ ਦੱਸੀ ਗਈ, ਔਰ ਨਾ ਹੀ ਇਸ ਦੇ ਬਾਰੇ ਬਹੁਤ ਸਾਰੀ ਵਿਚਾਰ ਚਰਚਾ ਹੋਈ। ਪੰਜ ਸਦੀਆਂ ਪੁਰਾਣਾ ਸਿੱਖਾਂ ਦਾ ਮਾਣਮੱਤਾ ਅਤੇ ਤਵਾਰੀਖ ਦੀ ਗਵਾਹੀ ਭਰਦਾ ਇਤਿਹਾਸ, ਉਹ ਇਤਿਹਾਸ ਜੋ ਤਿਆਗ ਅਤੇ ਸ਼ਹਾਦਤ ਨਾਲ ਜੁੜਿਆ। ਬਦਲਦੇ ਸਮੇਂ ਅਤੇ ਬਦਲਦੀਆਂ ਸਰਕਾਰਾਂ ਨੇ ਆਪਣੀ ਤਾਕਤ ਅਤੇ ਛੜਯੰਤਰ ਦੇ ਨਾਲ ਸਿੱਖਾਂ ਤੇ ਜੋ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਵੱਖ-ਵੱਖ ਲੇਖਕਾਂ ਵੱਲੋਂ ਆਪਣੀਆਂ ਕਿਤਾਬਾਂ ਵਿੱਚ ਕਲਮਬੰਦ ਕੀਤਾ ਗਿਆ, ਉਸ ਸਿੱਖ ਇਤਿਹਾਸ ਦੇ ਵਿੱਚੋਂ ਇੱਕ ਤਵਾਰੀਖ ਹੈ ਤੀਜੇ ਘੱਲੂਘਾਰੇ ਦੀ, ਜਿਸ ਨੂੰ ਪ੍ਰਸਿੱਧ ਵਿਦਵਾਨ ਸਰਦਾਰ ਅਜਮੇਰ ਸਿੰਘ ਵੱਲੋਂ ਬੜੀ ਹੀ ਡੂੰਘਾਈ ਅਤੇ ਸੋਧ ਦੇ ਨਾਲ ਆਪਣੀ ਕਿਤਾਬ ਵਿੱਚ ਦਰਜ ਕੀਤਾ ਗਿਆ। ਅਕਾਲ ਚੈਨਲ ਦੀ ਟੀਮ ਵੱਲੋਂ 2 ਸਾਲਾਂ ਦੇ ਕੜੇ ਸੋਧ ਅਤੇ ਮਿਹਨਤ ਦੇ ਨਾਲ ਇਹ ਡਾਕੂਮੈਂਟਰੀ ਵੱਖ-ਵੱਖ ਤੱਥਾਂ ਅਤੇ ਮਾਹਰਾਂ ਦੀ ਮਦਦ ਨਾਲ ਉਸੇ ਕਿਤਾਬ ਉੱਤੇ ਤਿਆਰ ਕੀਤੀ ਗਈ ਹੈ, ਜਿਸ ਦਾ ਨਾਮ ਹੈ ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ। ਕੀ ਕਦੇ ਕਿਸੇ ਕੌਮ ਨੂੰ ਖਤਮ ਕੀਤਾ ਜਾ ਸਕਦਾ ਹੈ? ਕੀ ਕਦੇ ਕਿਸੇ ਕੌਮ ਦੀ ਪੂਰੀ ਬੋਲੀ ਨੂੰ ਖਤਮ ਕੀਤਾ ਜਾ ਸਕਦਾ ਹੈ? ਜੀ ਹਾਂ, ਇਸ ਤਰ੍ਹਾਂ ਹੋ ਸਕਦਾ ਹੈ। ਤੁਰਕੀ ਦੇ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਆਪਣੇ ਆਖਰੀ ਸਾਹਾਂ ਤੇ ਸੀ। ਉਸ ਦੀ ਬੋਲੀ ਉਸ ਦੇ ਬੱਚੇ ਬੱਚੀਆਂ ਤੇ ਪੋਤੇ ਪੋਤੀਆਂ ਨੂੰ ਵੀ ਸਮਝ ਨਹੀਂ ਸੀ ਆ ਰਹੀ। ਭਾਸ਼ਾ ਵਿਗਿਆਨੀਆਂ ਦਾ ਕਹਿਣਾ ਇਹ ਹੈ ਕਿ ਉਸ ਦੇ ਬੱਚੇ ਬੱਚੀਆਂ ਨੇ ਤੇ ਪੋਤੇ ਪੋਤੀਆਂ ਨੇ ਤੁਰਕੀ ਦੀ ਰਾਸ਼ਟਰੀ ਭਾਸ਼ਾ ਨੂੰ ਅਪਣਾ ਲਿਆ ਸੀ ਤੇ ਆਪਣੀ ਬੋਲੀ ਬੋਲਣ ਵਾਲਾ ਇਹ ਇੱਕ ਇਕੱਲਾ ਇਨਸਾਨ ਹੈ, ਔਰ ਇਸ ਦੇ ਮਰਨ ਦੇ ਉਪਰੰਤ ਇਸ ਦੀ ਬੋਲੀ ਖਤਮ ਹੋ ਜਾਵੇਗੀ। ਦੁਨੀਆ ਦੇ ਇਤਿਹਾਸ ਉੱਪਰ ਘੱਟ ਗਿਣਤੀਆਂ ਦੇ ਉੱਤੇ ਇਸ ਤਰੀਕੇ ਦੇ ਤਸ਼ੱਦਦ ਕੀਤੇ ਜਾਂਦੇ ਨੇ। ਜਾਂ ਤੇ ਉਹਨਾਂ ਦੇ ਉੱਪਰ ਸਰੀਰਕ ਤਸ਼ੱਦਦ ਕਰਕੇ ਉਹਨਾਂ ਨੂੰ ਪੂਰੀ ਤਰ੍ਹਾਂ ਮਲੀਆ ਮੇਟ ਕਰ ਦਿੱਤਾ ਜਾਂਦਾ ਹੈ, ਜਾਂ ਫਿਰ ਉਹਨਾਂ ਨੂੰ ਆਪਣੇ ਅੰਦਰ ਜਜ਼ਬ ਕਰ ਲਿਆ ਜਾਂਦਾ ਹੈ। ਸਿੱਖ ਰਾਜ ਜਾਣ ਤੋਂ ਬਾਅਦ ਸਿੱਖਾਂ ਦੇ ਨਾਲ ਵੀ ਇਹੋ ਕੁਝ ਵਾਪਰਿਆ। ਇੱਕ ਬੰਨੇ ਤੇ ਉਹਨਾਂ ਨਾਲ ਸਰੀਰਕ ਤਸ਼ੱਦਦ ਕੀਤਾ ਗਿਆ ਤੇ ਦੂਸਰੇ ਬੰਨੇ ਉਹਨਾਂ ਦੇ ਉੱਪਰ ਮਾਨਸਿਕ ਤਸ਼ੱਦਦ ਵੀ ਹੋਇਆ। ਤੇ ਅੱਜ ਅਸੀਂ ਜਿਸ ਤਸ਼ੱਦਦ ਦੀ ਕਹਾਣੀ ਤੁਹਾਡੇ ਤੱਕ ਲੈ ਕੇ ਆਏ ਹਾਂ, ਇਹ ਨਾ ਤੇ ਪਹਿਲਾਂ ਕੀਤੀ ਗਈ, ਨਾ ਤੇ ਪਹਿਲਾਂ ਦੱਸੀ ਗਈ, ਔਰ ਨਾ ਹੀ ਇਸ ਦੇ ਬਾਰੇ ਬਹੁਤ ਸਾਰੀ ਵਿਚਾਰ ਚਰਚਾ ਹੋਈ। ਜੋ ਬਾਹਰੀ ਤਸ਼ੱਦਦ ਸਿੱਖਾਂ ਉੱਪਰ ਹੋਇਆ, ਉਹ ਤੇ ਸਾਨੂੰ ਪੂਰੀ ਤਰ੍ਹਾਂ ਦਿਸਿਆ, ਔਰ ਉਸ ਦੀ ਜਿਹੜੀ ਗੱਲ ਹੈ ਉਹ ਵੀ ਚੰਗੇ ਤਰੀਕੇ ਦੇ ਨਾਲ ਕੀਤੀ ਗਈ। ਪਰ ਜੋ ਤਸ਼ੱਦਦ ਸਿੱਖਾਂ ਦੇ ਮਨਾਂ ਉੱਪਰ ਹੋਇਆ, ਉਸ ਦੀ ਨਾ ਤੇ ਗੱਲ ਕੀਤੀ ਗਈ ਔਰ ਨਾ ਹੀ ਕਿਸੇ ਨੂੰ ਉਹ ਦਿਸਿਆ। ਸਿੱਖਾਂ ਦੇ ਮਨਾਂ ਦੇ ਉੱਪਰ ਹੋਏ ਇਸ ਤਸ਼ੱਦਦ ਦੀ ਕਹਾਣੀ ਨੂੰ ਸਿੱਖ ਵਿਦਵਾਨਾਂ ਨੇ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਦਾ ਨਾਮ ਦਿੱਤਾ ਹੈ। ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੇ ਮਨਾਂ ਅੰਦਰ ਆਪਣੀ ਵੱਖਰੀ ਪਛਾਣ ਨੂੰ ਲੈ ਕੇ ਇੱਕ ਰੀਝ ਪੈਦਾ ਹੋ ਗਈ ਸੀ। ਇਸ ਰੀਝ ਨੂੰ ਖਤਮ ਕਰਨ ਦੇ ਲਈ ਸਟੇਟ ਵੱਲੋਂ ਜੋ ਰਣਨੀਤੀ ਵਰਤੀ ਗਈ, ਉਸ ਰਣਨੀਤੀ ਨੂੰ ਅਸੀਂ ਸਿਧਾਂਤਕ ਘੇਰਾਬੰਦੀ ਦੇ ਨਾਮ ਨਾਲ ਜਾਣਦੇ ਹਾਂ। ਹੈ ਤਾਂ ਇਹ ਹੈ ਜੀ ਕਿ ਮੈਂ ਕਿਤਾਬਾਂ ਜਦੋਂ ਮੈਂ ਲਿਖਣ ਲੱਗਿਆ ਕਿ ਸਿੱਖਾਂ ਨਾਲ ਕੀ ਕੁਝ ਵਾਪਰਿਆ, ਇਕੱਲੇ 1984 ਦੀ ਗੱਲ ਨਹੀਂ, ਇਕੱਲੀ 1947 ਦੀ ਗੱਲ ਨਹੀਂ, ਕਿ ਜਦੋਂ ਆਜ਼ਾਦ ਸਿੱਖ ਰਾਜ ਖਤਮ ਹੋਇਆ ਉਸ ਤੋਂ ਬਾਅਦ ਪਹਿਲਾ ਪੀੜ ਹੈ ਬ੍ਰਿਟਿਸ਼ਰਜ਼ ਨੇ ਗੁਲਾਮ ਬਣਾਇਆ, ਫਿਰ ਅਗਲਾ ਪੀੜ ਹੈ ਕਿ ਜੋ ਹਿੰਦੁਸਤਾਨ ਦੇ ਹਾਕਮ ਸੀ ਉਹਨਾਂ ਨੇ। ਉਹਦੇ 'ਚ ਇਹ ਗੱਲ ਸਾਹਮਣੇ ਆਈ ਕਿ ਜਿਹੜੀਆਂ ਮਾਡਰਨ ਸਟੇਟਸ ਹੈ, ਇਹ ਇਕੱਲਾ ਆਪਣੀਆਂ ਆਰਮਡ ਫੋਰਸਿਸ ਰਾਹੀਂ ਜਾਂ ਫਿਜ਼ੀਕਲ ਮਾਈਟ ਰਾਹੀਂ ਗੁਲਾਮ ਨਹੀਂ ਬਣਾਉਂਦੀਆਂ ਕੌਮਾਂ।
ਸੋ ਇਹ ਉਹਨਾਂ ਦੇ ਦਿਮਾਗਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆ। ਜਿਹੜੀ ਘੇਰਾਬੰਦੀ ਹੈ ਨਾ, ਇੱਕ ਤਰ੍ਹਾਂ ਨਾਲ ਇੱਕ ਇਤਿਹਾਸਕਾਰ ਦਾ ਕਹਿਣਾ ਬਈ ਜਿਹੜਾ ਇਤਿਹਾਸ ਆ ਨਾ, ਉਹ ਭੁਲਾ ਦੇਣ ਦੇ ਖਿਲਾਫ ਯਾਦ ਰੱਖਣ ਦੀ ਜੰਗ ਹੈਗੀ ਆ। ਵੀ ਜਦੋਂ ਕਿਸੇ ਮੁਲਕ ਵਿੱਚ 2 ਜਾਂ 3 ਵੱਖਰੀਆਂ ਜਿਹੜੇ ਮੁਲਕ ਵਿੱਚ ਤਾਂ ਇੱਕੋ ਹੀ ਕੌਮ ਰਹਿੰਦੀ ਹੈ ਜੀ ਉਹਦੇ ਲਈ ਤਾਂ ਕੋਈ ਕੌਨਫਲਿਕਟ ਨਹੀਂ, ਹਨਾ, ਵੀ ਕੋਈ ਮਸਲਾ ਨਹੀਂ ਹੈਗਾ, ਵੀ ਕੋਈ ਝਗੜਾ ਨਹੀਂ, ਕਿਉਂਕਿ ਉਹ ਇੱਕੋ ਹੀ ਕੌਮ ਦਾ, ਪੂਰਾ ਦੇਸ਼ ਹੀ ਇੱਕ ਕੌਮ ਦਾ ਹਿੱਸਾ ਹੈ। ਉਹਦੇ ਇੱਕੋ ਹੀ ਸੰਸਕਾਰ ਨੇ, ਇੱਕੋ ਹੀ ਧਰਮ ਆ, ਇੱਕੋ ਹੀ ਬੋਲੀ ਆ, ਇੱਕੋ ਹੀ ਰਵਾਇਤਾਂ, ਇੱਕੋ ਹੀ ਦੁੱਖ ਸੁੱਖ ਨੇ ਜੀ। ਪਰ ਜਿਹੜਾ ਮੁਲਕਾਂ ਵਿੱਚ ਇੱਕ ਤੋਂ ਵੱਧ ਕੌਮਾਂ ਰਹਿੰਦੀਆਂ ਨੇ, ਉਹਨਾਂ ਦੀਆਂ ਜਿਹੜੀਆਂ ਵੱਖਰੀਆਂ ਕੌਮਾਂ, ਉਹਨਾਂ ਦੇ ਦੁੱਖ ਸੁੱਖ ਵੱਖਰੇ ਆ, ਉਹਨਾਂ ਦਾ ਇਤਿਹਾਸ ਵੱਖਰਾ, ਉਹਨਾਂ ਦੇ ਧਾਰਮਿਕ ਤੇ ਸਮਾਜਿਕ ਸੰਸਕਾਰ ਵੱਖਰੇ ਨੇ, ਉਹਨਾਂ ਦੀ ਬੋਲੀ ਵੱਖਰੀ ਆ, ਸੋਚਣ ਦਾ ਢੰਗ ਤੇ ਮਹਿਸੂਸ ਕਰਨ ਦਾ ਢੰਗ ਵੱਖਰਾ। ਸੋ ਉਸ ਮਾਮਲੇ ਵਿੱਚ ਇਹ ਹੁੰਦਾ ਵੀ ਜਿਹੜੀ ਰਾਜ ਕਰ ਰਹੀ ਧਿਰ ਆ, ਜਿਹੜੀ ਬਹੁ ਗਿਣਤੀ ਆ, ਆਮ ਤੌਰ ਤੇ ਕਿਉਂਕਿ ਵੋਟਾਂ ਦੀ ਰਾਜਨੀਤੀ ਵਿੱਚ ਬਹੁ ਗਿਣਤੀ ਹੀ ਰਾਜ ਕਰਦੀ ਆ, ਸੋ ਰਾਜ ਕਰਨ ਵਾਲੀ ਧਿਰ ਆ ਜਿਹੜੀ, ਉਹ ਹਮੇਸ਼ਾ ਇਹ ਯਤਨ ਕਰਦੀ ਹੈਗੀ ਆ ਵੀ ਜਿਹੜੀਆਂ ਬਾਕੀ ਛੋਟੀਆਂ ਕੌਮਾਂ, ਇਹਨਾਂ ਨੂੰ ਜਾਂ ਤਾਂ ਕਤਲ ਕਰਕੇ ਆਪਣੇ ਵਿੱਚ ਰਲਾ ਲਿਆ ਜਾਵੇ, ਵੀ ਉੱਦਾਂ ਉਹਨਾਂ ਦਾ ਜੜ ਹੀ ਖਤਮ ਕਰ ਦਿੱਤੀ ਜਾਵੇ, ਜਾਂ ਫਿਰ ਇਹ ਹੁੰਦਾ ਵੀ ਜੇ ਇਹ ਸੰਭਵ ਨਾ ਹੋਵੇ ਵੀ ਸਾਰੀ ਕੌਮ ਦਾ ਕਤਲੇਆਮ ਕਰਨਾ, ਉਹਨਾਂ ਦਾ ਹੌਲੀ ਹੌਲੀ ਇਤਿਹਾਸ ਬਦਲ ਦਿੱਤਾ ਜਾਵੇ, ਉਹਨਾਂ ਦੇ ਸੋਚਣ ਦਾ ਢੰਗ ਬਦਲ ਦਿੱਤਾ ਜਾਵੇ, ਉਹਨਾਂ ਨੂੰ ਮਾਨਸਿਕ ਤੌਰ ਤੇ ਉਸ ਮੁਲਕ ਦੇ ਨਾਲ ਜੋੜ ਲਿਆ ਜਾਵੇ। ਹਾਲਾਂਕਿ ਉਹ ਉੱਦਾਂ ਜੁੜੇ ਹੁੰਦੇ ਆ, ਪਰ ਉਹਨਾਂ ਦੀਆਂ ਜਿਹੜੀਆਂ ਕੌਮੀ ਜਜ਼ਬਾਤ ਨੇ, ਕੌਮੀ ਭਾਵਨਾਵਾਂ ਨੇ, ਉਹ ਆਪਣੀ ਕੌਮ ਨਾਲ ਤੇ ਆਪਣੇ ਲੋਕਾਂ ਨਾਲ ਜੁੜੀਆਂ ਹੁੰਦੀਆਂ ਨੇ। ਜਦੋਂ ਫਿਰ ਬਹੁ ਕੌਮੀ ਜਿਹੜੇ ਮੁਲਕ ਆ, ਉਹਨਾਂ ਵਿੱਚ ਇੱਕ ਕੌਨਫਲਿਕਟ ਪੈਦਾ ਹੁੰਦਾ ਹੈ। ਇਤਿਹਾਸ ਦੇ ਬਹੁਤ ਸਾਰੇ ਮੋੜਾਂ ਤੇ ਆ ਕੇ ਘੱਟ ਗਿਣਤੀ ਕੌਮ ਲਈ ਇਹ ਸੰਕਟ ਪੈਦਾ ਹੁੰਦਾ ਵੀ ਤੁਸੀਂ ਆਪਣੀ ਦੇਸ਼ ਨਾਲ ਖੜੇ ਹੋ ਜਾਂ ਆਪਣੀ ਕੌਮ ਨਾਲ ਖੜੇ ਹੋ। ਪੁਰਾਤਨ ਸਮਿਆਂ ਦੇ ਅੰਦਰ ਸਿੱਖਾਂ ਦੇ ਲਈ ਗੁਰੂ ਤੋਂ ਉੱਪਰ ਕੁਝ ਵੀ ਨਹੀਂ ਸੀ। ਆਪਣੇ ਧਰਮ ਦੇ ਲਈ ਲੜਨਾ ਸਿੱਖਾਂ ਦੇ ਲਈ ਮਾਣ ਵਾਲੀ ਗੱਲ ਸੀ। ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤਾਂ ਉਸ ਸਮੇਂ ਵੀ ਉਹ ਖਾਲਸਾ ਰਾਜ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਵਾਬਦੇਹ ਸੀ। ਪਰ ਅਜੋਕੀ ਭਾਰਤੀ ਸਟੇਟ ਵੱਲੋਂ ਧਰਮ ਦੇ ਉੱਪਰ ਵੀ ਇੱਕ ਚੀਜ਼ ਲਿਆ ਕੇ ਸਥਾਪਿਤ ਕਰ ਦਿੱਤੀ ਗਈ। ਇਹ ਚੀਜ਼ ਸੀ ਦੇਸ਼ ਦੀ ਏਕਤਾ ਅਤੇ ਅਖੰਡਤਾ, ਜਿਸ ਦਾ ਵਾਸਤਾ ਪਾ ਕੇ ਸਿੱਖਾਂ ਨੂੰ ਆਪਣੇ ਧਰਮ ਦੇ ਖਿਲਾਫ ਵੀ ਵਰਗਲਾਇਆ ਜਾ ਸਕਦਾ ਸੀ। ਸਿੱਖਾਂ ਨੂੰ ਇਸ ਵਿਚਾਰਧਾਰਾ ਦੇ ਨਾਲ ਜੋੜਨ ਲਈ ਸਰਕਾਰ ਨੇ ਆਪਣੇ ਸਾਰੇ ਹਥਿਆਰ ਵਰਤੇ। ਮੀਡੀਆ ਤੋਂ ਲੈ ਕੇ ਐਜੂਕੇਸ਼ਨ ਸਿਸਟਮ ਤੱਕ, ਪੱਤਰਕਾਰਾਂ ਤੋਂ ਲੈ ਕੇ ਲੇਖਕਾਂ ਤੱਕ। ਆਪਣੀ ਆਈਡੀਓਲੋਜੀ ਜਿਹੜੀ ਆ ਉਹਨਾਂ ਦੀ, ਕਿਉਂਕਿ ਅੱਜ ਕੱਲ੍ਹ ਜਿਹੜੀਆਂ ਮਾਡਰਨ ਸਟੇਟਸ ਆ ਉਹ ਇੱਕ ਸਰਟਨ ਆਈਡੀਓਲੋਜੀ 'ਤੇ ਖੜੀਆਂ, ਅਤੇ ਜੋ ਮੀਡੀਅਵਲ ਪੀਰੀਅਡ ਦੇ ਵਿੱਚ ਸੀਗੀਆਂ ਮਨਾਰਕੀਜ਼, ਉਹਨਾਂ ਦੀ ਦੈਟ ਵੇ ਕੋਈ ਆਈਡੀਓਲੋਜੀ ਨਹੀਂ ਸੀ ਹੁੰਦੀ। ਉੱਥੇ ਪਰਸਨਲ ਲੋਇਲਟੀ ਜਾਂ ਇੱਕ ਚਲੋ ਧਰਮ ਦਾ ਪੱਖ ਸਪੋਰਟਿੰਗ ਹੁੰਦਾ ਸੀ, ਪਰ ਜ਼ਿਆਦਾ ਉੱਥੇ ਪਰਸਨਲ ਲੋਇਲਟੀ ਹੁੰਦੀ ਸੀ। ਸੋ ਅੱਜ ਜਿਹੜੀਆਂ ਸਾਰੀਆਂ ਸਟੇਟਸ ਹੈ ਉਹਨਾਂ ਦੀ ਇੱਕ ਸਰਟਨ ਪੋਲੀਟੀਕਲ ਆਈਡੀਓਲੋਜੀ ਹੁੰਦੀ ਹੈ, ਅਤੇ ਉਹ ਉਸ ਆਈਡੀਓਲੋਜੀ ਲੋਕਾਂ ਦੇ ਦਿਮਾਗਾਂ 'ਚ ਵਾੜਨ ਦੀ ਕੋਸ਼ਿਸ਼ ਕਰਦੇ ਆ ਕਿ ਉਸ ਪ੍ਰਤੀ ਲੋਕ ਵਫਾਦਾਰ ਹੋਣ, ਉਸ ਆਈਡੀਓਲੋਜੀ ਪ੍ਰਤੀ। ਪਰਸਨ ਆਉਂਦੇ ਜਾਂਦੇ ਰਹਿੰਦੇ ਆ, ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਸੋ ਉਹਨਾਂ ਵਾਸਤੇ ਇੰਪੋਰਟੈਂਟ ਇਹ ਗੱਲ ਹੈ ਕਿ ਲੋਕ ਉਸ ਆਈਡੀਓਲੋਜੀ ਪ੍ਰਤੀ ਅਡੋਲ ਵਫਾਦਾਰੀ ਪ੍ਰਗਟਾਉਣ। ਸੋ ਉਹਦੇ 'ਚ ਫਿਰ ਮੈਂ ਦੇਖਿਆ ਕਿ ਜੋ ਸਿਲਸਿਲਾ ਚੱਲਿਆ 47 ਤੋਂ ਲੈ ਕੇ ਬਾਅਦ ਤੱਕ, ਉਹ ਹੈ ਕਿ ਜਿਹੜੀ ਪ੍ਰੈਜੈਂਟ ਇੰਡੀਅਨ ਸਟੇਟ ਹੈ ਉਹਦੀ ਇੱਕ ਸਰਟਨ ਆਈਡੀਓਲੋਜੀ ਹੈ, ਜਿਹਦੇ ਵਿੱਚ ਮੇਨ ਗੱਲ ਇਹ ਸੀ ਕਿ ਨੈਸ਼ਨਲਿਜ਼ਮ, ਇੰਡੀਅਨ ਨੈਸ਼ਨਲਿਜ਼ਮ ਦੀ ਉਹਨਾਂ ਨੇ ਇੱਕ ਡੈਫੀਨੀਸ਼ਨ ਦਿੱਤੀ, ਉਹਨੂੰ ਐਸਟੈਬਲਿਸ਼ ਕੀਤਾ, ਉਹਦੀ ਜੜ ਲੋਕਾਂ ਦੇ ਦਿਮਾਗਾਂ 'ਚ ਲਾਈ। ਉਹਦੇ ਵਿੱਚੋਂ ਹੀ ਇੰਡੀਆ ਦੀ ਯੂਨਿਟੀ ਐਂਡ ਇੰਟੈਗਰਿਟੀ ਦੀ ਕੁਐਸਚਨ ਆਈ, ਸਵਾਲ ਆਇਆ। ਉਹਦੇ ਵਿੱਚੋਂ ਹੀ ਫਿਰ ਇਹ ਵੀ ਦੇਸ਼ ਭਗਤੀ ਦੀ ਡੈਫੀਨੀਸ਼ਨ ਨਿਕਲੀ, ਉਹਦੇ ਵਿੱਚੋਂ ਹੀ ਗਦਾਰੀ ਦੀ ਡੈਫੀਨੀਸ਼ਨ ਨਿਕਲੀ ਕਿ ਜਿਹੜਾ ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਦੇ ਪ੍ਰਤੀ ਵਫਾਦਾਰ ਨਹੀਂ, ਉਹ ਦੇਸ਼ ਦਾ ਗਦਾਰ ਹੈ। ਸੋ ਗਦਾਰੀ ਦੀਆਂ ਜਿਹੜੀਆਂ ਸੀਗੀਆਂ ਡੈਫੀਨੀਸ਼ਨ ਉਹ ਵੀ ਬਦਲ ਗਈ ਨਵੇਂ ਯੁੱਗ ਦੇ ਵਿੱਚ ਆ ਕੇ। ਸੋ ਮੇਨਲੀ ਇਹ ਹੈ ਕਿ ਵਫਾਦਾਰੀ ਤੇ ਗਦਾਰੀ ਉਹ ਸਟੇਟ ਦੀ ਆਈਡੀਓਲੋਜੀ ਦੇ ਰਿਲੇਸ਼ਨ 'ਚ ਰੱਖ ਕੇ ਦੇਖੀ ਜਾਂਦੀ ਹੈ। ਸੋ ਉਹ ਮੈਂ ਦੇਖਿਆ ਕਿ ਅੰਗਰੇਜ਼ਾਂ ਨੇ ਵੀ ਇਹ ਕੰਮ ਕੀਤਾ, ਪਰ ਉਹ ਉਨੇ ਇਫੈਕਟਿਵ ਨਹੀਂ ਹੋਏ ਜਿੰਨੇ ਇਫੈਕਟਿਵ ਜਿਹੜੇ ਪ੍ਰੈਜੈਂਟ ਹਿੰਦੂ ਰੂਲਰ ਹੈ ਉਹ ਹੋਏ। ਸੋ ਸਿੱਖਾਂ ਨੂੰ ਇਹਨਾਂ ਨੇ ਆਪਦੇ ਪੂਰੀ ਤਰ੍ਹਾਂ ਇਹ ਕਹਿ ਲਓ ਕਿ ਜਕੜ ਦੇ ਵਿੱਚ ਲਿਆ ਇਸ ਗੱਲ ਦੇ ਉੱਤੇ।
ਕੀ ਕੋਈ ਸਿੱਖ ਕਦੇ ਦਰਬਾਰ ਸਾਹਿਬ ਉੱਪਰ ਹਮਲੇ ਬਾਰੇ ਸੋਚ ਸਕਦਾ ਹੈ? ਕੀ ਕੋਈ ਸਿੱਖ ਕਦੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰ ਸਕਦਾ ਹੈ? ਉਹ ਤਖਤ ਜੋ 6ਵੇਂ ਪਾਤਸ਼ਾਹ ਨੇ ਆਪ ਸਾਜਿਆ ਹੋਵੇ। ਜਦੋਂ ਦਰਬਾਰ ਸਾਹਿਬ ਉੱਪਰ ਹਮਲਾ ਹੋਇਆ ਤਾਂ ਬਾਕੀ ਦੇ ਭਾਰਤੀ ਫੌਜੀਆਂ ਵਾਂਗ ਕੁਝ ਸਿੱਖ ਫੌਜੀਆਂ ਨੇ ਵੀ ਸਰਕਾਰ ਦਾ ਸਾਥ ਦਿੱਤਾ। ਹੁਣ ਉਹ ਕਿਹੜੀ ਵਿਚਾਰਧਾਰਾ ਸੀ ਜਿਸ ਨੇ ਸਿੱਖ ਘਰਾਂ ਦੇ ਵਿੱਚ ਜਨਮੇ ਨੌਜਵਾਨਾਂ ਨੂੰ ਇਹ ਕੰਮ ਕਰਨ ਦੇ ਲਈ ਮਜਬੂਰ ਕੀਤਾ? ਖਾਸ ਕਰਕੇ ਜਿਹੜੀਆਂ ਆਰਮਡ ਫੋਰਸਸ ਹੈ ਇੰਡੀਆ ਦੀਆਂ, ਰਾਈਟ ਫਰਾਮ ਬ੍ਰਿਟਿਸ਼ ਰੂਲ, ਉਹਨਾਂ ਨੇ ਵੀ ਪ੍ਰੈਫਰ ਕੀਤਾ ਸਿੱਖਾਂ ਨੂੰ ਆਪਦੀ ਮਿਲਟਰੀ ਦੇ ਵਿੱਚ, ਕਿਉਂਕਿ ਇੱਕ ਮਾਰਸ਼ਲ ਕੌਮ ਹੈ, ਲੜਨ ਨੂੰ ਤਕੜੀ ਹੈ। ਸੋ ਉਦੋਂ ਉਹਨਾਂ ਨੇ ਸਟੇਟ ਲਾਇਲਟੀ ਜਿਹੜੀ ਸੀ ਨਾ, ਕਿਉਂਕਿ ਮੀਡੀਅਮ ਪੀਰੀਅਡ ਦੇ ਵਿੱਚ ਇਹ ਵੀ ਚੱਲਦਾ ਸੀ ਕਿ ਵਨ ਸ਼ੁੱਡ ਬੀ ਲਾਇਲ ਟੂ ਦੀ ਕਿੰਗ, ਤੇ ਉਹ ਤਾਂ ਉਸ ਰੂਪ ਦੇ ਵਿੱਚ ਉਹਨਾਂ ਨੇ ਮੁੜ ਕੇ ਬ੍ਰਿਟਿਸ਼ ਦੇ ਉਹ ਵਫਾਦਾਰ ਹੋਏ। ਸੋ ਫਿਰ 47 ਤੋਂ ਬਾਅਦ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਆਰਮਡ ਫੋਰਸਿਸ ਦੇ ਵਿੱਚ ਸਿੱਖਾਂ ਦਾ ਕਾਫੀ ਵੱਡਾ ਸੈਗਮੈਂਟ ਬਣਦਾ ਹੈ। ਸੋ ਉਹਨਾਂ ਨੂੰ ਯੂਜ਼ ਕਰਦੇ ਨੇ ਇੰਟਰਨਲੀ ਵੀ ਐਕਸਟਰਨਲੀ ਵੀ। ਜਦੋਂ ਬਾਹਰ ਜੰਗ ਹੁੰਦੀ ਹੈ ਕਿਸੇ ਮੁਲਕ ਨਾਲ, ਉੱਥੇ ਵੀ ਯੂਜ਼ ਕੀਤਾ ਜਾਂਦਾ ਹੈ। ਜਦੋਂ ਅੰਦਰ ਕਿਤੇ ਕੋਈ ਬਗਾਵਤ ਹੁੰਦੀ ਹੈ, ਉੱਥੇ ਵੀ ਲੋਕਾਂ ਨੂੰ ਜਦੋਂ ਸਪਰੈਸ ਕਰਨਾ ਹੈ, ਉੱਥੇ ਵੀ ਸਿੱਖਾਂ ਨੂੰ ਯੂਜ਼ ਕੀਤਾ ਜਾਂਦਾ ਹੈ। ਤੇ ਉਹ ਯੂਜ਼ ਉਨਾ ਚਿਰ ਨਹੀਂ ਹੋ ਸਕਦੇ ਜਿੰਨਾ ਚਿਰ ਉਹ ਉਸ ਆਈਡੀਆਲੋਜੀ ਨੂੰ ਇੰਟਰਨਲਾਈਜ਼ ਨਹੀਂ ਕਰ ਲੈਂਦੇ ਸਿੱਖ। ਸੋ ਇਹ ਮੇਨ ਗੱਲ ਸੀ, ਕਿਉਂਕਿ ਮਨ 'ਚ ਸਵਾਲ ਖੜਾ ਹੁੰਦਾ ਹੈ ਕਿ ਕੀ ਜਿਹੜੇ ਸਿੱਖ ਫੌਜੀ ਦਰਬਾਰ ਸਾਹਿਬ ਤੇ ਹਮਲੇ 'ਚ ਜਿਨ੍ਹਾਂ ਨੇ ਹਿੱਸਾ ਲਿਆ, ਇੰਡੀਅਨ ਮਿਲਟਰੀ ਦੇ ਜਿਹੜੇ ਪਾਰਟ ਸੀ, ਕੁਲਦੀਪ ਸਿੰਘ ਜਿਵੇਂ ਬਰਾੜ ਜਾਂ ਹੋਰ, ਜੇ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਹਿੰਦੂ ਧਰਮ ਦੀ ਰੱਖਿਆ ਲਈ ਦਰਬਾਰ ਸਾਹਿਬ ਤੇ ਹਮਲਾ ਕਰਨਾ ਹੈ, ਫਿਰ ਉਹਨਾਂ ਨੇ ਨਹੀਂ ਸੀ ਨਾਲ ਜਾਣਾ। ਉਹਨਾਂ ਨੂੰ ਇਹ ਕਿਹਾ ਗਿਆ ਕਿ ਦੇਸ਼ ਦੀ ਰੱਖਿਆ ਲਈ ਤੁਹਾਡੀ ਇਹ ਡਿਊਟੀ ਬਣਦੀ ਹੈ। ਸੋ ਜਿਹੜੀ ਇਹ ਹੈ ਕਿ ਸਿਕਿਉਰਿਟੀ ਆਫ ਸਟੇਟ, ਇਹ ਇੱਕ ਵੈਲਿਊ ਐਸਟੈਬਲਿਸ਼ ਕਰਤੀ ਪ੍ਰੈਜ਼ੈਂਟ ਨੇਸ਼ਨ ਸਟੇਟਸ ਨੇ ਕਿ ਦੈਟ ਇਜ਼ ਦੀ ਸੁਪਰੀਮ ਵਰਚਿਊ। ਇਹ ਤੋਂ ਵੱਡੀ ਹੋਰ ਕੋਈ ਗੱਲ ਨਹੀਂ। ਇਸ ਦੇ ਵਾਸਤੇ ਜੇ ਤੁਹਾਨੂੰ ਆਪਦੇ ਧਰਮ ਤੇ ਵੀ ਹਮਲਾ ਕਰਨਾ ਪੈ ਜੇ ਤਾਂ ਉਹ ਕੋਈ ਮਾੜੀ ਗੱਲ ਨਹੀਂ, ਕਿਉਂਕਿ ਬੰਦਾ ਹਮੇਸ਼ਾ ਹੀ ਜ਼ਿੰਦਗੀ 'ਚ ਕੁਝ ਚੀਜ਼ਾਂ ਰੱਖਦਾ ਹੈ ਨਾ ਕਿ ਮੇਰੇ ਵਾਸਤੇ ਆਹ ਚੀਜ਼ ਬਹੁਤ ਹੈ। ਮੈਂ ਇੱਕ ਮੌਕਾ ਸੀ ਜਦੋਂ ਧਰਮ ਵਾਸਤੇ ਲੜਨਾ ਸਭ ਤੋਂ ਵੱਡੀ ਗੱਲ ਸਮਝੀ ਜਾਂਦੀ ਸੀ ਕਿ ਉਦੋਂ ਅੱਗੇ ਕੋਈ ਗੱਲ ਨਹੀਂ, ਪਰ ਇਹਨਾਂ ਨੇ ਧਰਮ ਦੇ ਉੱਤੋਂ ਦੀ ਇੱਕ ਗੱਲ ਲਿਆਂਦੀ ਕਿ ਜਿਹੜੀ ਸਟੇਟ ਹੈ, ਨੇਸ਼ਨ ਸਟੇਟ ਹੈ, ਉਹਦੇ 'ਚ ਵੱਖ-ਵੱਖ ਧਰਮਾਂ ਦੇ ਲੋਕ ਹੋਣਗੇ, ਉਹਨੂੰ ਉਹ ਧਰਮ ਨੂੰ ਆਪਦੇ ਨੂੰ ਸੈਕੰਡਰੀ ਪੋਜੀਸ਼ਨ 'ਤੇ ਰੱਖਣ। ਸੋ ਉਹਨਾਂ ਵਾਸਤੇ ਜਿਹੜਾ ਫਸਟ ਕੰਸਰਨ ਹੈਗਾ, ਫੋਰਮੋਸਟ, ਉਹ ਕੰਸਰਨ ਹੈ ਸਟੇਟ ਦੀ ਸਿਕਿਉਰਿਟੀ। ਸੋ ਸਟੇਟ ਦੀ ਸਿਕਿਉਰਿਟੀ ਨੂੰ ਖਤਰੇ ਦੀ ਦੁਹਾਈ ਪਾ ਕੇ ਉਹ ਲੋਕਾਂ ਨੂੰ ਮੋਬਿਲਾਈਜ਼ ਕਰ ਸਕਦੇ, ਉਦੋਂ ਫਿਰ ਉਹ ਕੋਈ ਵੀ ਜ਼ੁਲਮ ਕਰ ਸਕਦੇ ਨੇ, ਉਹ ਜ਼ੁਲਮ ਨੂੰ ਉਹ ਜਸਟੀਫਾਈ ਕਰ ਸਕਦੇ ਨੇ, ਉਹ ਲੈਜੀਟੀਮੇਟ ਬਣ ਜਾਂਦਾ। ਸੋ ਇਹ ਇੱਕ ਸਿਲਸਿਲਾ ਚੱਲਿਆ ਸਿੱਖਾਂ ਨੂੰ ਕਾਬੂ ਕਰਨ ਦੇ ਮਾਮਲੇ 'ਚ, ਲੰਮੇ ਚਿਰ ਤੋਂ ਯਤਨ ਹੋਏ। ਇਸ ਮਾਮਲੇ 'ਚ ਦੋ ਇੰਸਟੀਟਿਊਸ਼ਨ ਜਿਹੜੇ ਮੇਨ ਰੋਲ ਪਲੇ ਕਰਦੇ, ਇੱਕ ਐਜੂਕੇਸ਼ਨ ਸਿਸਟਮ ਜਿਹਦੇ ਰਾਹੀਂ ਇਸ ਆਈਡੀਆਲੋਜੀ ਨੂੰ ਡਿਸੈਮੀਨੇਟ ਕੀਤਾ ਜਾਂਦਾ ਹੈ, ਬਚਪਨ ਤੋਂ ਲੈ ਕੇ ਸਕੂਲ ਲੈਵਲ ਤੋਂ ਲੈ ਕੇ ਯੂਨੀਵਰਸਿਟੀ ਦੀ ਪੱਧਰ ਤੱਕ ਉਹਨਾਂ ਨੂੰ, ਜਿਹਨੂੰ ਆਪਾਂ ਕਹੀਏ ਬ੍ਰੇਨ ਵਾਸ਼ ਕਰ ਦਿੱਤਾ ਜਾਂਦਾ ਹੈ। ਦੂਜਾ ਮੀਡੀਆ, ਜਾਂ ਜੋ ਵੀ ਪਬਲਿਕ ਡਿਸਕੋਰਸ ਚੱਲਦਾ ਸੋਸਾਇਟੀ 'ਚ, ਉਹ ਸਾਰਾ ਕੰਟਰੋਲਡ ਹੁੰਦਾ ਉਹਨਾਂ ਦਾ। ਸੋ ਉਸ ਪਬਲਿਕ ਡਿਸਕੋਰਸ ਰਾਹੀਂ ਲੋਕਾਂ ਨੂੰ ਇਹ ਗੱਲ ਜਚਾ ਦਿੱਤੀ ਜਾਂਦੀ ਹੈ ਕਿ ਜਿਹੜੀ ਸਟੇਟ ਦੀ ਸਿਕਿਉਰਿਟੀ ਹੈ ਦੈਟ ਇਜ਼ ਫੋਰਮੋਸਟ, ਬਾਕੀ ਸਾਰੀਆਂ ਗੱਲਾਂ ਸੈਕੰਡਰੀ ਹੈ। ਸੋ ਉਸ 'ਤੇ ਉਹ ਕੋਈ ਕੰਪਰੋਮਾਈਜ਼ ਨਹੀਂ ਕਰਦੇ, ਅਤੇ ਜਿਹੜਾ ਬੰਦਾ ਉਸ ਗੱਲ ਨਾਲ ਸਹਿਮਤ ਨਹੀਂ ਹੁੰਦਾ ਉਹ ਗਦਾਰ ਹੈ, ਅਤੇ ਉਹ ਲੋਇਲਟੀ ਉਹਨੇ ਇਸ ਤਰ੍ਹਾਂ ਵਸੂਲੀ ਜਾਂਦੀ ਹੈ। ਸੋ ਇਹ ਇੱਕ ਮੈਂ ਡਿਫਰੈਂਸ਼ੀਏਟ ਕਰਨਾ ਚਾਹੁੰਦਾ ਸੀ ਵੀ ਜਿਹੜੀਆਂ ਮੀਡੀਏਵਲ ਪੀਰੀਅਡ ਦੇ ਵਿੱਚ ਰਾਜ ਹੁੰਦੇ ਸੀ ਉਹਨਾਂ ਦਾ, ਉਹ 'ਚ ਮੇਨਲੀ ਉਹ ਫਿਜ਼ੀਕਲ ਮਾਈਟ ਨਾਲ ਲੋਕਾਂ ਨੂੰ ਕਾਬੂ 'ਚ ਰੱਖਦੇ ਸੀ। ਇੱਥੇ ਜਿਹੜੀ ਨੌਲੇਜ ਹੈ, ਜਿਹੜਾ ਗਿਆਨ ਹੈ, ਉਹਦੇ ਰਾਹੀਂ ਵੀ ਲੋਕਾਂ ਨੂੰ ਕੰਟਰੋਲ ਕੀਤਾ ਜਾਂਦਾ ਹੈ।
ਉਹਨਾਂ ਦੇ ਮਾਈਂਡਸ ਨੂੰ। ਜਦੋਂ ਮਾਈਂਡ ਕੰਟਰੋਲ ਕਰ ਲਿਆ, ਬਾਡੀ ਕੰਟਰੋਲ ਕਰਨੀ ਕੋਈ ਔਖੀ ਨਹੀਂ। ਜਿੱਥੇ ਇੱਕ ਪਾਸੇ ਤੇ ਕੁਝ ਫੌਜੀਆਂ ਨੇ ਸਰਕਾਰ ਦਾ ਸਾਥ ਦਿੱਤਾ, ਉੱਥੇ ਦੂਜੇ ਪਾਸੇ ਜਿਨ੍ਹਾਂ ਸਿੱਖਾਂ ਦੇ ਲਈ ਗੁਰੂ ਦੇ ਲਈ ਪਿਆਰ ਸੀ, ਗੁਰਧਾਮਾਂ ਦੇ ਲਈ ਪਿਆਰ ਸੀ, ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਮਨਾ ਵੀ ਕਰ ਦਿੱਤਾ। ਉਹਨਾਂ ਨੇ ਬਗਾਵਤ ਵੀ ਕੀਤੀ ਔਰ ਅੱਜ ਅਸੀਂ ਉਹਨਾਂ ਨੂੰ ਧਰਮੀ ਫੌਜੀ ਕਹਿ ਕੇ ਨਵਾਜ਼ਦੇ ਹਾਂ। ਦੂਜੇ ਪਾਸੇ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਕੁਝ ਸਿਪਾਹੀਆਂ ਨੇ ਸਰਕਾਰ ਦੇ ਨਾਲ ਸਰੀਰਕ ਲੜਾਈ ਵੀ ਲੜੀ। ਜਿਹੜੀ ਬਹੁ ਗਿਣਤੀ ਕੌਮ ਆ ਉਹ ਇਹ ਚਾਹੁੰਦੀ ਆ ਵੀ ਆਪਣੀ ਕੌਮ ਦਾ ਪੱਲਾ ਛੱਡ ਕੇ ਇਹ ਆਪਣੇ ਦੇਸ਼ ਨਾਲ ਖੜਨ। ਪਰ ਜਿਹੜੀ ਕੌਮ ਨਾਲ ਲੋਕ ਜੁੜੇ ਹੁੰਦੇ ਆ, ਉਹਨਾਂ ਦਾ ਇਹ ਹੁੰਦਾ ਵੀ ਸਾਡਾ ਧਰਮ ਤੇ ਸਾਡੀ ਕੌਮ ਸਾਡੇ ਲਈ ਪਹਿਲਾਂ, ਦੇਸ਼ ਦੂਜੇ ਨੰਬਰ ਦੀ ਗੱਲ ਹੈਗੀ ਆ। ਸੋ ਫਿਰ ਜਿਹੜੀ ਬਹੁ ਗਿਣਤੀ ਕੌਮ ਆ ਉਹ ਉਹਨਾਂ ਦਾ ਇਤਿਹਾਸ ਬਦਲਣ ਦੀ ਕੋਸ਼ਿਸ਼ ਕਰਦੀ ਆ ਵੀ ਹੌਲੀ ਇਹ ਛੋਟਾ ਪ੍ਰੋਜੈਕਟ ਨਹੀਂ, ਬਹੁਤ ਵੱਡਾ ਹੁੰਦਾ। ਬਹੁ ਗਿਣਤੀ ਕੌਮ ਨੂੰ ਵੀ ਪਤਾ ਹੁੰਦਾ ਵੀ ਇਹ 100-200 ਸਾਲਾਂ ਜਾਂ 100-150 ਸਾਲ ਤੱਕ ਮੁਕੰਮਲ ਹੋਣਾ, ਪਰ ਉਹ ਹੌਲੀ ਹੌਲੀ ਇਹ ਤਬਦੀਲੀਆਂ ਕਰਦੀ ਆ ਵੀ ਉਹਨਾਂ ਦੀ ਬੋਲੀ ਵਿੱਚ ਸ਼ਬਦ ਵਾੜ ਦਿਓ। ਜਿਹੜੀ ਬਹੁ ਗਿਣਤੀ ਦੀ ਬੋਲੀ, ਹੁਣ ਜਿੱਦਾਂ ਆਪਾਂ ਸਿੱਖਾਂ ਤੇ ਭਾਰਤੀ ਸੰਵਿਧਾਨ ਦਾ ਉਹ ਕਰ ਲਈਏ ਵੀ ਉਹ ਭਾਰਤ ਵਾਲੇ ਪੰਜਾਬੀ ਬੋਲੀ ਵਿੱਚ ਹਿੰਦੀ ਦੇ ਸ਼ਬਦ ਵਾੜ ਰਹੇ ਨੇ, ਹੈ ਨਾ, ਵੀ ਹੌਲੀ ਹੌਲੀ ਪੰਜਾਬੀ ਦੇ ਮੂਲ ਸ਼ਬਦ ਆ ਜਿਹੜੇ ਖਤਮ ਹੋ ਜਾਣ, ਉਹਨਾਂ 'ਚੋਂ ਉਹ ਅਣਖ, ਗੈਰਤ ਤੇ ਉਹ ਸਵੈਮਾਨ ਖਤਮ ਹੋ ਜੇ। ਫਿਰ ਸਿੱਖ ਧਰਮ ਬਾਰੇ ਆ ਵੀ ਸਿੱਖ ਧਰਮ ਦੀ ਵਿਆਖਿਆ ਜਿਹੜੀ ਉਹ ਰਾਜ ਕਰ ਰਹੇ ਪੋਲੀਟੀਸ਼ੀਅਨਸ ਕਰਨ ਲੱਗ ਜਾਂਦੇ ਨੇ। ਹੁਣ ਸਿੱਖ ਧਰਮ ਕੀ ਆ, ਗੁਰੂ ਸਾਹਿਬ ਦੀਆਂ ਕੁਰਬਾਨੀਆਂ ਕੀ ਆ, ਗੁਰਬਾਣੀ ਦਾ ਸੰਦੇਸ਼ ਕੀ ਆ, ਇਹ ਸਾਨੂੰ ਇੱਕ ਸਿੱਖ ਹੋ ਕੇ ਹੀ ਮਹਿਸੂਸ ਕੀਤਾ ਜਾ ਸਕਦਾ। ਪਰ ਜਦੋਂ ਇੱਕ ਰਾਜ ਕਰ ਰਹੇ ਪੋਲੀਟੀਕਲ ਧਿਰ ਉਹਦੀ ਡੈਫੀਨੇਸ਼ਨ ਕਰਦੀ ਹੈ ਜਾਂ ਉਹਦੀ ਪਰਿਭਾਸ਼ਾ ਦਿੰਦੀ ਹੈ, ਤਾਂ ਉਹ ਬਿਲਕੁਲ ਆਪਣੇ ਇਸ ਐਂਗਲ ਤੋਂ ਦਿੰਦੀ ਹੈ ਤਾਂ ਕਿ ਸਿੱਖ ਆਪਣੇ ਧਰਮ ਦੀਆਂ ਜੜ੍ਹਾਂ ਤੋਂ ਟੁੱਟ ਜਾਣ, ਪਰ ਉਹ ਮੁਲਕ ਨਾਲ ਜੁੜ ਜਾਣ। ਸੋ ਇੱਕ ਤਰ੍ਹਾਂ ਇਹ ਸਾਈਕੋਲੋਜੀਕਲ ਵਾਰਫੇਅਰ ਹੈ, ਇਹ ਮਾਨਸਿਕ ਲੜਾਈ। ਇੱਕ ਲੜਾਈ ਹੁੰਦੀ ਹੈ ਹਥਿਆਰਾਂ ਦੀ, ਇੱਕ ਵਿਚਾਰਾਂ ਦੀ। ਸੋ ਸਿਧਾਂਤਕ ਘੇਰਾਬੰਦੀ ਵਿਚਾਰਾਂ ਦੀ ਲੜਾਈ ਨੂੰ ਆਪਾਂ ਕਹਿ ਸਕਦੇ ਹਾਂ। ਉਹਦੇ ਵਿੱਚ ਮੀਡੀਆ ਸ਼ਾਮਲ ਹੈ, ਕਿਤਾਬਾਂ ਸ਼ਾਮਲ ਹੈ, ਯੂਨੀਵਰਸਿਟੀਆਂ ਸ਼ਾਮਲ ਹੈ, ਸਕੂਲ ਸ਼ਾਮਲ ਨੇ, ਅਧਿਆਪਕ ਸ਼ਾਮਲ ਨੇ। ਸੋ ਸਕੂਲ ਲੈਵਲ ਤੋਂ ਲੈ ਕੇ, ਨਰਸਰੀ ਤੋਂ ਲੈ ਕੇ ਯੂਨੀਵਰਸਿਟੀ ਤੱਕ ਤੇ ਮੀਡੀਆ ਤੱਕ ਸਰਕਾਰਾਂ ਇਸ ਤਰ੍ਹਾਂ ਦਾ ਸਿਸਟਮ ਬਣਾ ਦਿੰਦੀਆਂ ਨੇ ਵੀ ਲੋਕ ਹੌਲੀ ਹੌਲੀ ਆਪਣੇ ਮੂਲ ਖਾਸੇ ਨੂੰ, ਆਪਣੀ ਕੌਮ ਨੂੰ, ਆਪਣੇ ਧਰਮ ਨੂੰ ਭੁੱਲ ਜਾਣ ਤੇ 100 ਸਾਲਾਂ ਬਾਅਦ ਉਹ ਬਹੁ ਗਿਣਤੀ ਕੌਮ ਦਾ ਹਿੱਸਾ ਬਣ ਜਾਣ। ਇਹ ਸਿਧਾਂਤ ਆ ਘੇਰਾਬੰਦੀ। ਬਹੁਤ ਸਾਰੇ ਦਰਸ਼ਕਾਂ ਨੂੰ ਅਜੇ ਵੀ ਪਤਾ ਨਹੀਂ ਲੱਗ ਰਿਹਾ ਹੋਵੇਗਾ ਕਿ ਕੀ ਹੈ ਸਿਧਾਂਤਕ ਘੇਰਾਬੰਦੀ। ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਸਿਧਾਂਤਕ ਘੇਰਾਬੰਦੀ। ਜੂਨ 1984 ਤੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਸਰਕਾਰ ਦੇ ਵੱਲੋਂ ਇਹ ਗੱਲ ਵੱਡੇ ਪੱਧਰ ਤੇ ਪ੍ਰਚਾਰੀ ਗਈ ਕਿ ਸੰਤ ਜਰਨੈਲ ਸਿੰਘ ਇੱਕ ਅੱਤਵਾਦੀ ਸੀ ਔਰ ਸਰਕਾਰ ਨੇ ਦਰਬਾਰ ਸਾਹਿਬ ਉੱਪਰ ਹਮਲਾ ਕਰਕੇ ਕੁਝ ਵੀ ਗਲਤ ਨਹੀਂ ਕੀਤਾ। ਈਵਨ ਕਿ ਸਰਕਾਰ ਦੀਆਂ ਗੱਲਾਂ ਸੁਣ ਕੇ ਸਾਡੇ ਕੁਝ ਸਿੱਖ ਵੀਰ ਜੋ ਕਿ ਪੰਜਾਬ ਦੇ ਵਿੱਚ ਵਸਦੇ ਸਨ ਜਾਂ ਬਾਹਰ ਵਸਦੇ ਸਨ, ਉਹਨਾਂ ਵੱਲੋਂ ਵੀ ਸਰਕਾਰ ਦੀ ਇਸ ਗੱਲ ਤੇ ਭਰੋਸਾ ਕਰ ਲਿਆ ਗਿਆ। ਔਰ ਇਹ ਸਾਰਾ ਕੁਝ ਕਰਨ ਦੇ ਲਈ ਸਰਕਾਰ ਨੇ ਵੱਡੇ ਪੱਧਰ ਤੇ ਆਪਣੀ ਸਾਰੀ ਮਸ਼ੀਨਰੀ ਦੀ ਵਰਤੋਂ ਕੀਤੀ, ਜਿਸ ਦੇ ਵਿੱਚ ਮੀਡੀਆ ਦੀ ਵਰਤੋਂ ਕੀਤੀ ਗਈ, ਐਜੂਕੇਸ਼ਨ ਸਿਸਟਮ ਦੀ ਵਰਤੋਂ ਕੀਤੀ ਗਈ। ਪਰ ਦੁਖਦਾਈ ਗੱਲ ਇਹ ਹੈ ਕਿ ਇਸ ਦੇ ਵਿੱਚ ਬਹੁਤ ਸਾਰੇ ਲੇਖਕਾਂ ਨੇ ਸਰਕਾਰ ਦਾ ਸਾਥ ਦਿੱਤਾ, ਜਾਂ ਤੇ ਉਹ ਚੁੱਪ ਚਪੀਤੇ ਰਹੇ ਔਰ ਜਾਂ ਉਹ ਸਰਕਾਰ ਦੇ ਪਾਲੇ ਵਿੱਚ ਖੜੇ ਨਜ਼ਰ ਆਏ। ਹੁਣ ਜਿਹੜਾ ਤੀਜਾ ਘੱਲੂਘਾਰਾ ਵਾਪਰਨ ਦਾ ਇਹੀ ਕਾਰਨ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉਹ ਕਹਿੰਦੇ ਸੀ ਭਾਈ ਸਿੱਖ ਭਾਰਤ ਦੇ ਅੰਦਰ ਗੁਲਾਮ ਆ, ਅਸੀਂ ਆਜ਼ਾਦ ਹੋਣਾ, ਅਸੀਂ ਪਹਿਲੀ ਧਿਰ ਬਣ ਕੇ ਰਹਿਣਾ, ਸਾਨੂੰ ਜਿਹੜਾ ਆਨੰਦਪੁਰ ਦਾ ਮਤਾ ਉਹ ਪਾਸ ਹੋ ਜਾਵੇ, ਅਸੀਂ ਵੱਖਰਾ ਮੁਲਕ ਨਹੀਂ ਚਾਹੁੰਦੇ, ਪਰ ਅਸੀਂ ਚਾਹੁੰਦੇ ਹਾਂ ਪਹਿਲੇ ਦਰਜੇ ਦੇ ਸ਼ਹਿਰੀ ਬਣ ਕੇ ਰਹਿਣਾ। ਹੁਣ ਜਗਜੀਤ ਸਿੰਘ ਜੀ ਤੀਜੇ ਘੱਲੂਘਾਰੇ 'ਚ ਕੀ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ, ਅਕਾਲ ਤਖਤ ਹਟਾ ਦਿੱਤਾ ਗਿਆ, ਸੰਤ ਜਰਨੈਲ ਸਿੰਘ ਉਹਦੇ ਸਾਥੀ ਜਿਹੜੇ ਉਹ ਸ਼ਹੀਦ ਹੋ ਗਏ। ਹੁਣ ਇੱਥੇ ਉਹਨਾਂ ਨੇ ਸੋਚਿਆ ਕੀ ਹੈ ਵੀ ਇਹ ਕੌਮ ਦੇ ਉਹਨਾਂ ਨੂੰ ਇਤਿਹਾਸ ਦਾ ਪਤਾ, ਅਕਾਲ ਤਖਤ ਜੀਂਦਾ ਤੇ ਸਿੱਖ ਧਰਮ ਜੀਂਦਾ, ਅਕਾਲ ਤਖਤ ਦਾ ਸਿਧਾਂਤ ਜੀਂਦਾ ਤੇ ਸਿੱਖ ਕੌਮ ਜੀਂਦੀ ਹੈ। ਹੁਣ ਅਕਾਲ ਤਖਤ ਹਟਾਇਆ, ਉਹ ਦੁਬਾਰਾ ਉਹਨਾਂ ਨੇ ਬਣਾ ਲਿਆ। ਇਹਨਾਂ ਨੇ ਇੱਥੋਂ ਫਿਰ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਜਿਹੜੀ ਹੈ ਸ਼ੁਰੂ ਕੀਤੀ ਵੀ ਇਹਦੇ ਨੇ ਤਿੰਨ ਚੀਜ਼ਾਂ ਜਿਹੜੀਆਂ, ਪਹਿਲੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਗੁਰਤਾ ਉਹਨੂੰ ਖਤਮ ਕੀਤਾ ਜਾਵੇ। ਆ ਜਿਹੜਾ ਬਰਬਾਦੀਆਂ ਦਾ ਦੌਰ ਚੱਲਿਆ, ਬੇਅਦਬੀਆਂ ਦਾ ਬਾਰ-ਬਾਰ, ਇੱਕ ਇਹ ਕਾਰਨ ਹੋ ਗਿਆ। ਦੂਜਾ ਪੰਥ ਦੀ ਗਰਿਆਈ ਨੂੰ ਢਾਹ ਲਾਈ ਜਾਵੇ। ਤੀਜਾ ਮੇਨ ਜਿਹੜਾ ਅਕਾਲ ਤਖਤ ਸਰਵਉੱਚ ਦਾ ਸਿਧਾਂਤ ਆ, ਉਹ ਸਿਧਾਂਤ ਜਿਹੜਾ ਉਹ ਖਤਮ ਕੀਤਾ ਜਾਵੇ। ਹੁਣ ਸਿਧਾਂਤ ਖਤਮ ਕਰਨ ਲਈ ਸਿਧਾਂਤਕ ਘੇਰਾਬੰਦੀ ਦੀ ਲੋੜ ਪੈਣੀ ਸੀ।
ਸੋ ਇਸ ਕਰਕੇ ਇਹਨਾਂ ਨੇ ਸਿੱਖ ਧਰਮ ਅਕਾਲ ਤਖਤ ਦੀ ਸਰਵਉੱਚਤਾ ਦਾ, ਗੁਰੂ ਗ੍ਰੰਥ ਗੁਰੂ ਪੰਥ ਦੀ ਸਰਵਉੱਚਤਾ ਦਾ ਸਿਧਾਂਤ ਢਾਉਣ ਲਈ ਸਿੱਖਾਂ ਦੀ ਜਿਹੜੀ ਆ ਉਹ ਸਿਧਾਂਤਕ ਘੇਰਾਬੰਦੀ ਸ਼ੁਰੂ ਕੀਤੀ। ਇਸ ਕਰਕੇ ਕੀਤੀ ਕਿ ਇਹ ਮੁੜ ਕੇ ਕੌਮ ਜਿਹੜੀ ਉੱਠ ਨਾ ਸਕੇ। ਜਦੋਂ ਇਹਨਾਂ ਦਾ ਸਿਧਾਂਤ ਖਤਮ ਹੋ ਜੂ, ਜਦੋਂ ਅਕਾਲ ਤਖਤ ਦਾ ਸਿਧਾਂਤ ਖਤਮ ਹੋ ਜੂ, ਜਦੋਂ ਗੁਰੂ ਗ੍ਰੰਥ ਗੁਰੂ ਪੰਥ ਦੀ ਇਹਨਾਂ ਦੀ ਸੰਸਥਾਵਾਂ ਖਤਮ ਹੋ ਜਾਣਗੀਆਂ, ਤੇ ਇਹ ਆਟੋਮੈਟਿਕਲੀ ਸਿੱਖ ਜਿਹੜੇ ਆ ਇਹ ਫਾਰਐਵਰ ਜਿਹੜੇ ਆ ਸਾਡੇ ਗੁਲਾਮ ਹੋ ਜਾਣਗੇ। ਹੁਣ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਨੇ ਧਰਮ ਮੋਰਚਾ ਦੇ ਇਸ ਕਰਕੇ ਲਾਇਆ ਕਿ ਸਿੱਖ ਇੱਕ ਵੱਖਰੀ ਕੌਮ ਆ ਤੇ ਅਸੀਂ ਪਹਿਲੇ ਦਰਜੇ ਦੇ ਸ਼ਹਿਰੀ ਬਣ ਕੇ ਰਹਿਣਾ। ਪਰ ਇਹਨਾਂ ਨੇ ਉਲਟਾ ਉਹਨੂੰ ਸਿਧਾਂਤਕ ਘੇਰਾਬੰਦੀ 'ਚ ਇੱਦਾਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਵੀ ਇਹ ਸੰਤ ਜਰਨੈਲ ਸਿੰਘ ਪਿੰਡਾਂ ਵਾਲਾ ਇੱਕ ਫਿਰਕਾ ਪ੍ਰਸਤ ਸੀਗਾ, ਅੱਤਵਾਦੀ ਸੀਗਾ, ਤੇ ਇਹ ਲੋਕਾਂ 'ਚ ਨਫ਼ਰਤ ਫੈਲਾਉਂਦਾ ਸੀ। ਉਹ ਸਿਧਾਂਤਕ ਘੇਰਾਬੰਦੀ ਦਾ ਮਤਲਬ ਹੀ ਇਹ ਹੁੰਦਾ ਕਿ ਉਹ ਸਾਰੇ ਜਿਹੜੀ ਤੁਹਾਡਾ ਸਿਧਾਂਤ ਆ, ਜਿਹੜਾ ਤੁਹਾਡਾ ਨਿਸ਼ਾਨਾ, ਉਹਨੂੰ ਉਲਟਾ ਕੇ ਦੂਜੇ ਬੰਨੇ ਕਰ ਦਿਓ। ਸੋ ਇਹਨਾਂ ਨੇ ਸੰਤ ਜਰਨੈਲ ਸਿੰਘ ਨੂੰ ਅੱਤਵਾਦੀ ਸਾਬਤ ਕਰਨ ਲਈ, ਸਿੱਖਾਂ ਨੂੰ ਅੱਤਵਾਦੀ ਸਾਬਤ ਕਰਨ ਲਈ ਵੀ ਇਹ ਲੋਕ ਜਿਹੜੇ ਆ ਇਹ ਵੱਖਰੇ ਦੇਸ਼ ਦੀ ਮੰਗ ਕਰਦੇ ਆ, ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਆ, ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ। ਹਾਲੇ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਰਹਿ ਹੀ ਤਾਂ ਸਕਦੀ ਹੈ ਜੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ 'ਤੇ ਪਹਿਰਾ ਦਿੱਤਾ ਜਾਵੇ। ਪਰ ਸਿਧਾਂਤਕ ਘੇਰਾਬੰਦੀ ਦਾ ਕੀ ਹੁੰਦਾ ਕਿ ਉਸ ਗੱਲ ਨੂੰ ਉਲਟਾ ਕੇ ਦੂਜੇ ਬੰਨੇ ਲੈ ਜਾਣਾ। ਸੋ ਇਸ ਕਰਕੇ ਜਗਜੀਤ ਸਿੰਘ ਜਿਹੜੀ ਸਿਧਾਂਤਕ ਘੇਰਾਬੰਦੀ ਹੈ ਇਹ ਹੈ ਕਿ ਕਿਸੇ ਕੌਮ ਦੇ ਸਿਧਾਂਤ ਖਤਮ ਕਰ ਦੇਣੇ, ਉਹਨਾਂ ਦੀ ਪਛਾਣ ਖਤਮ ਕਰ ਦੇਣੀ, ਉਹਨਾਂ ਦਾ ਜਿਹੜਾ ਇਤਿਹਾਸ ਆ ਉਹ ਬਿਲਕੁਲ ਹੀ ਉਲਟਾ ਕੇ ਉਹਨੂੰ ਦੂਜੇ ਬੰਨੇ ਵਰਤਣਾ। ਤੀਜਾ ਮੇਨ ਕਿ ਸਿੱਖਾਂ ਨੂੰ ਇੱਕ ਹਿੰਦੂਆਂ ਦਾ ਹੀ ਅੰਗ ਦੱਸਣਾ ਤੇ ਇਹ ਸਾਬਤ ਕਰਨ ਲਈ ਵੀ ਜੋ ਕੁਛ ਕੀਤਾ, ਜੇ ਇਤਿਹਾਸ 'ਚ ਕੁਛ ਚੰਗਾ ਹੋਇਆ ਤੇ ਜਿਹੜਾ ਖਾਲਸਾ ਸੀਗਾ ਇਹ ਸਿਰਫ ਇੱਕ ਸਾਡੀ ਜਿਹੜੀ ਖੜਕ ਪੂਜਾ ਉਹਨੂੰ ਕਹਿੰਦੇ ਆ, ਇਹ ਹਿੰਦੂਆਂ ਦੀ ਖੜਕ ਪੂਜਾ ਸੀ, ਹਿੰਦੂ ਧਰਮ ਬਚਾਉਣ ਲਈ ਸੀ। ਇਹ ਸਾਰਾ ਇਤਿਹਾਸ ਬਦਲਣ ਲਈ, ਇਹ ਸਿਧਾਂਤ ਲੋਕਾਂ ਸਾਹਮਣੇ ਰੱਖਣ ਲਈ ਇਹ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਕੀਤੀ। ਇੱਕ ਹਿੰਦੂ ਵਿਦਵਾਨ ਨੇ ਸਿੱਖਾਂ ਨੂੰ ਇਹ ਨਸੀਹਤ ਦਿੱਤੀ ਸੀ ਕਿ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਦੀ ਪਵਿੱਤਰਤਾ, ਅਮਨ ਚੈਨ ਅਤੇ ਸ਼ਾਂਤੀ ਬਹਾਲ ਕਰਨ ਦੇ ਬਦਲੇ ਸਿੱਖਾਂ ਨੂੰ ਇਸ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਭਾਰਤੀ ਫੌਜ ਦੇ ਅਫਸਰਾਂ ਅਤੇ ਜਵਾਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਦਰਬਾਰ ਸਾਹਿਬ ਦੇ ਬੁਲੰਦ ਰੁਤਬੇ ਨੂੰ ਸ਼ਰਧਾਂਜਲੀ ਅਰਪਣ ਕੀਤੀਆਂ। ਜਿਹੜਾ ਮੀਡੀਆ ਹੁੰਦਾ ਨਾ, ਮੀਡੀਆ ਹਮੇਸ਼ਾ ਹੀ ਵੌਇਸਸ ਔਰ ਸਾਇਲੈਂਸਸ ਨੂੰ ਉਭਾਰਨ ਦਾ ਕੰਮ ਕਰਦਾ ਹੁੰਦਾ ਹੈ, ਔਰ ਮੀਡੀਆ ਨੇ ਹੀ ਮਾਰਜਨਲਾਈਜੇਸ਼ਨ ਜਿਹੜੀ ਕਰਨੀ ਹੁੰਦੀ ਆ ਕਿਸੇ ਵੀ ਚੀਜ਼ ਦੀ, ਕਿਉਂਕਿ ਮੀਡੀਆ ਦੇ ਕੋਲ ਇੱਕ ਬੜੀ ਵੱਡੀ ਪਾਵਰ ਆ, ਉਹ ਹਰ ਇੱਕ ਘਰ ਤੱਕ ਪਹੁੰਚ ਜਾਂਦਾ। ਸੋ ਡੈਫੀਨੇਟਲੀ ਜਦੋਂ ਇੰਡੀਆ ਦੇ ਆਪਾਂ ਕੰਟੈਕਸਟ ਵਿੱਚ ਵੀ ਦੇਖਦੇ ਹਾਂ ਤੇ ਸਿੱਖਾਂ ਦੇ ਕੰਟੈਕਸਟ ਵਿੱਚ ਦੇਖਦੇ ਹਾਂ ਤਾਂ ਉਹਨਾਂ ਦੀ ਜਿਹੜੀ ਇੱਕ ਛਵੀ ਹੈ ਉਹ ਬਣਾਉਣ ਦੇ ਵਿੱਚ ਮੀਡੀਆ ਨੇ ਬਹੁਤ ਵੱਡੀ ਅਹਿਮ ਭੂਮਿਕਾ ਨਿਭਾਈ ਆ। ਇੱਕ ਤਾਂ ਪਹਿਲੀ ਗੱਲ ਆਪਾਂ ਦੇਖ ਲਈਏ ਕਿ ਉਹਨਾਂ ਨੇ ਛਵੀ ਬਣਾ ਦਿੱਤੀ, ਔਰ ਉਹ ਛਵੀ ਕਿਸ ਤਰੀਕੇ ਦੀ, ਕਿਉਂਕਿ ਉਹ ਆਪਣਾ ਇੱਕ ਨੈਰੇਟਿਵ ਸਿਰਜਦੇ ਆ, ਉਹ ਨੈਰੇਟਿਵ ਲੋਕਾਂ ਦੇ ਅੱਗੇ ਪਰੋਸ ਦਿੱਤਾ ਜਾਂਦਾ, ਔਰ ਲੋਕ ਜਿਹੜੇ ਆ ਉਹ ਬਹੁਤੇ ਟਾਈਮ ਦੇ ਉੱਤੇ ਉਹ ਹਮੇਸ਼ਾ ਆਪਣਾ ਦਿਮਾਗ ਨਹੀਂ ਲਾ ਸਕਦੇ, ਕਿਉਂਕਿ ਉਹਨਾਂ ਨੂੰ ਨਹੀਂ ਪਤਾ, ਬੰਬੇ ਬੈਠੇ ਬੰਦੇ ਨੂੰ ਨਹੀਂ ਪਤਾ ਪੰਜਾਬ 'ਚ ਕੀ ਹੋ ਰਿਹਾ। ਜੋ ਅਖਬਾਰ ਜਾਂ ਮੀਡੀਆ ਹਾਊਸਿਸ ਕਹਿਣਗੇ ਉਹੀ ਉਹਨੇ ਸਮਝਣਾ ਕਿ ਇਹੀ ਗੱਲ ਸੱਚ ਹੈ। ਸੋ ਇਸ ਕਰਕੇ ਜਦੋਂ ਆਪਾਂ ਵੌਇਸ ਦੀ ਗੱਲ ਕਰਦੇ ਹਾਂ ਨਾ, ਤਾਂ ਮੀਡੀਆ ਦੀ ਜਿਹੜੀ ਜੋ ਵੌਇਸ ਮੀਡੀਆ ਦੇ ਉੱਤੇ ਨਜ਼ਰ ਆ ਰਹੀ ਹੈ, ਜੋ ਸਾਇਲੈਂਸਿਸ ਮੀਡੀਆ ਦੇ ਉੱਪਰ ਨਜ਼ਰ ਆ ਰਹੀਆਂ, ਉਹੀ ਬਕਾਇਦਾ ਜਿਹੜੀਆਂ ਉਹ ਗਲੋਬਲ ਲੈਵਲ ਦੇ ਉੱਪਰ ਵੀ ਨਜ਼ਰ ਆ ਰਹੀਆਂ ਹੁੰਦੀਆਂ। ਕਿ ਇੰਡੀਅਨ ਗਵਰਨਮੈਂਟ ਦੇ ਵਿੱਚ ਚਾਹੇ ਕਿ ਜਿਹੜੀ ਨਸਲਕੁਸ਼ੀ ਆ ਉਹ ਸਿੱਖਾਂ ਦੀ ਹੋਈ, ਔਰ ਸਾਡੇ ਜਿਹੜੇ ਇੱਕ ਬੜੀ ਸੁਪਰੀਮ ਸੰਸਥਾ, ਜਿਹੜੀ ਸਾਡੀ ਸੁਪਰੀਮ ਪਾਵਰ ਆ, ਜਿੱਥੋਂ ਸਾਨੂੰ ਇੱਕ ਰਿਲੀਜੀਅਸ ਐਂਡ ਸਪਿਰਿਚੁਅਲ ਪਾਵਰ ਵੀ ਮਿਲਦੀ ਹੈ, ਗੁਰੂ ਨੂੰ ਸਾਡੇ ਦਰਬਾਰ ਸਾਹਿਬ, ਉਹਨਾਂ ਉੱਤੇ ਵੀ ਹਮਲਾ ਕੀਤਾ ਜਾਂਦਾ, ਔਰ ਅਸੀਂ ਵਿਕਟਿਮ ਸੀ, ਸਿੱਖ ਵਿਕਟਿਮ ਸੀ। ਪਰ ਸਿੱਖਾਂ ਨੂੰ ਵਿਕਟਿਮ ਕਰਾਰ ਦੇਣ ਦੀ ਬਜਾਏ ਜਿਹੜੀ ਇੰਦਰਾ ਗਾਂਧੀ ਆ ਉਹਨੂੰ ਸ਼ਹੀਦ ਦਾ ਦਰਜਾ ਮਿਲ ਜਾਂਦਾ, ਔਰ ਜਿਨ੍ਹਾਂ ਨੇ ਬੇਅੰਤ ਸਿੰਘ ਹੁਣੀ ਜਿਹੜੇ ਇੱਕ ਵਿਕਟਿਮ ਕਮਿਊਨਿਟੀ ਦਾ ਹਿੱਸਾ ਸੀ, ਉਹ ਅੱਤਵਾਦੀ ਕਹਿ ਦਿੱਤੇ ਜਾਂਦੇ ਆ। ਸੋ ਇਹ ਇੱਕ ਨੈਰੇਟਿਵ ਸਿਰਜ ਦਿੱਤਾ ਗਿਆ, ਔਰ ਇਹ ਇੱਕ ਸਿਰਫ ਇੱਕ ਅਖਬਾਰ ਦੀ ਨਹੀਂ, ਦੇਸ਼ ਵਿਦੇਸ਼, ਇਨਫੈਕਟ ਜਿਹੜਾ ਫੋਰਨ ਮੀਡੀਆ ਸੀ ਉਹਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਆਮ ਸਾਹਮਣੇ ਆਉਂਦੀਆਂ ਰਹੀਆਂ। ਹੁਣ ਇਸ ਤੋਂ ਅੱਗੇ ਆਉਂਦੀ ਆ ਕਿ ਇੱਕ ਜਿਹੜੀ ਸਿਧਾਂਤਕ ਘੇਰੇਬੰਦੀ ਦੇ ਵਾਸਤੇ, ਘੇਰਾਬੰਦੀ ਕਰਨ ਦਾ ਜਿਹੜਾ ਇੱਕੋ ਇੱਕ ਰੂਪ ਨਹੀਂ ਹੁੰਦਾ ਕਿ ਤੁਹਾਨੂੰ ਸਿਰਫ ਇੱਕ ਸਾਈਡ ਲਾਈਨ ਕਰ ਦਿੱਤਾ ਜਾਵੇ ਜਾਂ ਇਹ ਕਹਿ ਦਿੱਤਾ ਜਾਵੇ ਕਿ ਸਿੱਖ ਜਿਹੜੇ ਆ ਉਹ ਹਿੰਦੂਆਂ ਦੇ ਵਿੱਚੋਂ ਆ। ਸਿੱਖਾਂ ਦਾ ਪ੍ਰਚਾਰ ਜਿਹੜਾ ਆ ਉਹ ਵੀ ਉਹਨਾਂ ਲੋਕਾਂ ਦੇ ਹੱਥਾਂ ਚਲਾ ਗਿਆ ਜਿਹੜੇ ਕਿ ਹਿੰਦੂ ਮਤ ਦੇ ਨਾਲ, ਔਰ ਹਿੰਦੂ ਮਤ ਦਾ ਹੋਣਾ ਮਾੜੀ ਗੱਲ ਨਹੀਂ,
ਪਰ ਜਿਹੜੀ ਇੱਕ ਕੱਟੜਵਾਦੀ ਸੋਚ ਜੋ ਹਿੰਦੂਤਵ ਨੂੰ ਹੀ ਅੱਗੇ ਲੈ ਕੇ ਜਾਣ ਦੀ ਬਾਰੇ ਸੋਚਦੀ ਆ, ਉਹਨਾਂ ਦੇ ਹੱਥਾਂ ਦੇ ਵਿੱਚ ਸਿੱਖਾਂ ਦੇ ਪ੍ਰਚਾਰ ਦੇ ਚੈਨਲ ਵੀ ਦੇ ਦਿੱਤੇ ਗਏ। ਜਦੋਂ ਅਸੀਂ ਸਿਧਾਂਤਕ ਘੇਰਾਬੰਦੀ ਦੀ ਗੱਲ ਕਰਦੇ ਹਾਂ ਤੇ ਕੀ ਦੁਨੀਆ ਦੇ ਇਤਿਹਾਸ ਦੇ ਵਿੱਚ ਸਿਧਾਂਤਕ ਘੇਰਾਬੰਦੀ ਇਕੱਲੇ ਸਿੱਖਾਂ ਦੀ ਹੀ ਹੋਈ? ਨਹੀਂ, ਬਿਲਕੁਲ ਨਹੀਂ। ਸਿਧਾਂਤਕ ਘੇਰਾਬੰਦੀ ਬਹੁਤ ਸਾਰੀਆਂ ਕੌਮਾਂ ਦੀ ਹੋਈ। ਖਾਸ ਕਰਕੇ ਉੱਥੋਂ ਦੇ ਮੂਲ ਨਿਵਾਸੀ ਲੋਕਾਂ ਨੂੰ ਉਹਨਾਂ ਦੇ ਵਿਰਸੇ ਅਤੇ ਉਹਨਾਂ ਦੇ ਸੱਭਿਆਚਾਰ ਨਾਲੋਂ ਤੋੜਿਆ ਜਾਂਦਾ ਹੈ। ਜਦੋਂ ਅਸੀਂ ਦੁਨੀਆ ਦੇ ਵੱਡੇ ਇਤਿਹਾਸ ਵੱਲ ਦੇਖਦੇ ਹਾਂ ਤੇ ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ ਤੇ ਉੱਥੋਂ ਦੇ ਮੂਲ ਨਿਵਾਸੀ ਲੋਕ ਵੀ ਕਾਲੇ ਹੁੰਦੇ ਸੀ। ਉਹਨਾਂ ਨੂੰ ਉਹਨਾਂ ਦੇ ਵਿਰਸੇ ਅਤੇ ਸੱਭਿਆਚਾਰ ਨਾਲੋਂ ਇਸ ਤਰੀਕੇ ਦੇ ਨਾਲ ਤੋੜਿਆ ਗਿਆ ਕਿ ਅੱਜ ਉਹਨਾਂ ਦੀ ਉੱਥੇ ਪੂਰੀ ਪਕੜ ਨਹੀਂ ਰਹੀ। ਹਰ ਇੱਕ ਕੌਮ ਜਿਹੜੀ ਜਦੋਂ ਕਲੋਨੀਅਲਿਜ਼ਮ ਆਇਆ ਤੇ ਉਹ ਕਲੋਨੀਅਲ ਸਟੇਟਸ ਕੀ ਕਰਦੀਆਂ ਸੀ, ਤੁਸੀਂ ਕਹਾਣੀਆਂ ਪੜ੍ਹੋ, ਸਾਰੇ ਖਾਸ ਕਰਕੇ ਅਫਰੀਕਾ ਦੇ ਵਿੱਚ, ਭਾਵੇਂ ਏਸ਼ੀਆ, ਭਾਵੇਂ ਅਫਰੀਕਾ, ਭਾਵੇਂ ਲੈਟਨ ਅਮਰੀਕਾ, ਜਦੋਂ ਜਾ ਕੇ ਕੋਲੋਨਾਈਜ਼ ਕਰਦੇ ਸੀਗੇ, ਕਬਜ਼ਾ ਕਰਦੇ ਸੀ, ਤਾਂ ਉੱਥੋਂ ਲੋਕਾਂ ਨੂੰ ਉਹ ਆਪਦੇ ਕਲਚਰ ਨਾਲੋਂ, ਆਪਦੇ ਨੌਲੇਜ ਸਿਸਟਮ ਨਾਲੋਂ, ਆਪਦੀ ਟ੍ਰੈਡੀਸ਼ਨ ਨਾਲੋਂ ਤੋੜ ਦਿੰਦੇ ਸੀਗੇ। ਇਹ ਤਾਂ ਹੁਣ ਤਾਂ ਬਹੁਤ ਉਹਦੀਆਂ ਡਿਟੇਲ 'ਚ ਸਟੱਡੀਜ਼ ਆਈਆਂ ਤੇ ਖਾਸ ਕਰਕੇ ਇੱਕ ਕੀਨੀਆ ਦਾ ਸਕਾਲਰ ਹੈ ਜਿਹੜਾ ਅੱਜ ਕੱਲ੍ਹ ਬਹੁਤ ਹੀ ਨਗੂਗੀ, ਉਸ ਨੇ ਬਹੁਤ ਕਿਤਾਬਾਂ ਲਿਖੀਆਂ ਤੇ ਉਹਨੂੰ ਜੇਲ੍ਹ 'ਚ ਵੀ ਰਹਿਣਾ ਪਿਆ ਤੇ ਉਹ ਅਮਰੀਕਨ ਯੂਨੀਵਰਸਿਟੀ ਦੇ ਵਿੱਚ ਵੀ ਪੜ੍ਹਾਉਂਦਾ ਰਿਹਾ ਹੈ। ਉਹ ਬਹੁਤ ਵਰਲਡ ਰਿਨੋਨਡ ਹੈ। ਉਹਨੇ ਦੱਸਿਆ ਵੀ ਕਿਸ ਤਰ੍ਹਾਂ ਕਰਦੇ ਸੀਗੇ, ਵੀ ਸਾਨੂੰ ਪਿੰਡਾਂ 'ਚੋਂ ਚੁੱਕ ਕੇ ਜਿਹੜੇ ਉਹ ਇੰਗਲਿਸ਼ ਸਕੂਲ ਹੁੰਦੇ ਸੀ, ਜਿਹੜੇ ਇਹਨਾਂ ਨੇ ਜਾ ਕੇ ਖੋਲ੍ਹੇ ਹੁੰਦੇ ਸੀ ਅੰਗਰੇਜ਼ਾਂ ਨੇ, ਉੱਥੇ ਲਿਆਉਂਦੇ। ਸੋ ਪਿੰਡ ਤੋਂ ਜਦੋਂ ਤੋੜ ਲਿਆ ਬੰਦੇ ਨੂੰ, ਬਸ ਪਹਿਲਾ ਸਟੈਪ ਇਹ ਹੈ, ਇਹਦਾ ਮਤਲਬ ਤੁਹਾਡਾ ਸਿਲਸਿਲਾ ਸ਼ੁਰੂ ਹੋ ਗਿਆ। ਫਿਰ ਹੌਲੀ ਹੌਲੀ ਜਦੋਂ ਉੱਥੇ ਬੰਦਾ 10 ਸਾਲ ਰਹਿੰਦਾ ਹੈ, ਉਹਦੇ ਮਨ 'ਚ ਇੱਕ ਇਮੇਜ ਸਿਆਣੇ ਬੰਦੇ ਦਾ ਬਣ ਜਾਂਦਾ ਹੈ। ਫਿਰ ਉਹਨੂੰ ਆਪਦੇ ਬੰਦੇ ਜਿਹੜੇ ਨੇ ਉਹ ਬਿਲਕੁਲ ਅਨਪੜ੍ਹ ਤੇ ਮੂਰਖ ਲੱਗਣ ਲੱਗ ਜਾਂਦੇ, ਆਪਦੇ ਮਾਂ-ਬਾਪ ਵੀ, ਆਪਦੇ ਭੈਣ ਭਰਾ ਵੀ। ਸੋ ਉਹਨਾਂ ਦੇ ਕਿਉਂਕਿ ਮਨ 'ਚ ਇੱਕ ਹੌਲੀ ਹੌਲੀ ਚੀਜ਼ ਵਾੜੀ ਜਾਂਦੀ ਹੈ ਕਿ ਪੜ੍ਹੇ ਲਿਖੇ ਸਿਆਣੇ ਬੰਦੇ ਤਾਂ ਆਹ ਹੁੰਦੇ ਆ। ਸੋ ਜਿਹਦਾ ਮਤਲਬ ਜਿਹੜੀ ਤੁਹਾਡੀ ਆਪਦੀ ਟ੍ਰੈਡੀਸ਼ਨਲ ਵਿਜ਼ਡਮ ਹੈ, ਜਿਹਦੇ ਪਿੱਛੇ ਸੈਂਚੁਰੀਜ਼ ਦਾ ਤੁਹਾਡਾ ਇੱਕ ਐਕਸਪੀਰੀਅੰਸ ਪਿਆ ਹੁੰਦਾ ਹੈ, ਉਹਦੀ ਵੈਲਿਊ ਜ਼ੀਰੋ। ਸੋ ਜੋ ਮਾਡਰਨ ਨੌਲੇਜ ਹੈ ਜਾਂ ਵਿਜ਼ਡਮ ਹੈ, ਬਸ ਉਹੀ ਹੈ ਸਭ ਕੁਛ। ਸੋ ਇਹ ਇੱਕ ਪਹਿਲਾ ਸਟੈਪ ਹੈ ਜਿਹਨੂੰ ਵੀ ਤੁਸੀਂ ਗੁਲਾਮ ਬਣਾਉਣਾ, ਕਿ ਉਹਨੂੰ ਤੁਸੀਂ ਆਪਦੀ ਟ੍ਰੈਡੀਸ਼ਨ ਨਾਲੋਂ ਤੋੜੋ ਤੇ ਜੋ ਉਹਦੀ ਕਨਵੈਨਸ਼ਨਲ ਵਿਜ਼ਡਮ ਹੈ, ਟ੍ਰੈਡੀਸ਼ਨਲ, ਉਹਨੂੰ ਉਹਦੇ ਨਾਲ ਤੋੜੋ ਤੇ ਉਹਨੂੰ ਤੁਸੀਂ ਫਿਰ ਆਪਦੀਆਂ ਚੀਜ਼ਾਂ ਪੜ੍ਹਾਓ, ਉਹਨਾਂ ਦੀ ਜੜ ਲਾਓ ਜਾ ਕੇ। ਸੋ ਫਿਰ ਉਹ ਆਪਦੀਆਂ, ਜੋ ਤੁਸੀਂ ਸ਼ੇਕਸਪੀਅਰ ਪੜ੍ਹਾਤਾ ਜਾਂ ਹੋਰ ਆਪਦੇ ਇਹਨਾਂ ਦੇ ਰਾਈਟਰ ਪੜ੍ਹਾਤੇ, ਤੁਹਾਨੂੰ ਆਪਦੇ ਲੇਖ ਆਪਣੇ ਆਪ 'ਚ ਹੀ ਬੈਕਵਰਡ ਲੱਗਣ ਲੱਗ ਜਾਂਦੇ ਆ ਵੀ ਛੱਡੋ ਪਰੇ, ਉਹ ਤਾਂ ਐਵੇਂ ਹੀ ਸੀਗੇ ਬੰਦੇ। ਸੋ ਇਸ ਤਰ੍ਹਾਂ ਬੰਦੇ ਨੂੰ ਤੋੜਿਆ ਜਾਂਦਾ ਹੈ ਆਪਦੇ ਸਾਰੇ ਕੁਛ ਨਾਲੋਂ, ਤੇ ਜਦੋਂ ਟੁੱਟ ਗਿਆ ਫਿਰ ਉਹ ਉਹਨਾਂ ਦਾ ਪੁਰਜਾ ਹੀ ਬਣ ਜਾਂਦਾ ਹੈ। ਸੱਭਿਆਚਾਰ ਅਤੇ ਵਿਰਸੇ ਦੇ ਨਾਲ-ਨਾਲ ਬੋਲੀਆਂ ਨੂੰ ਵੀ ਖਤਮ ਕੀਤਾ ਜਾਂਦਾ ਹੈ। ਹੁਣ ਤੁਸੀਂ ਸੋਚੋਗੇ ਕਿ ਕੀ ਸਾਡੀ ਪੰਜਾਬੀ ਮਾਂ ਬੋਲੀ ਨੂੰ ਕੋਈ ਖਤਰਾ ਹੈ? ਤਾਂ ਤੁਸੀਂ ਆਪਣੇ ਬਜ਼ੁਰਗਾਂ ਨੂੰ ਪੁੱਛੋ ਕਿ ਕੀ ਉਹਨਾਂ ਦੇ ਸਮੇਂ ਤੇ ਬੋਲੀ ਜਾਣ ਵਾਲੀ ਪੰਜਾਬੀ ਬੋਲੀ ਔਰ ਅੱਜ ਸਾਡੀ ਬੋਲੀ ਜਾਣ ਵਾਲੀ ਪੰਜਾਬੀ ਬੋਲੀ ਦੇ ਵਿੱਚ ਕਿੰਨਾ ਫਰਕ ਹੈ। ਜਦੋਂ ਤੁਸੀਂ ਦੇਖੋਗੇ ਕਿ ਬਹੁਤ ਸਾਰੀਆਂ ਬੋਲੀਆਂ ਦੇ ਲਫ਼ਜ਼ ਪੰਜਾਬੀ ਭਾਸ਼ਾ ਵਿੱਚ ਵਾੜ ਦਿੱਤੇ ਗਏ ਹਨ, ਕਿਤੇ ਨਾ ਕਿਤੇ ਇਹ ਵੀ ਸਿਧਾਂਤਕ ਘੇਰਾਬੰਦੀ ਦਾ ਹਿੱਸਾ ਹੈ। ਸਿਧਾਂਤਕ ਘੇਰਾਬੰਦੀ ਦੇ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਅਤੇ ਗੁਰਮੁਖੀ ਲਿਪੀ ਨੂੰ ਵੀ ਨਹੀਂ ਬਖਸ਼ਿਆ ਗਿਆ ਔਰ ਆਪਣੇ ਆਪ ਦੇ ਵਿੱਚ ਇਹ ਇੱਕ ਵੱਡੀ ਸਿਧਾਂਤਕ ਘੇਰਾਬੰਦੀ ਦਾ ਹਿੱਸਾ ਹੈ। ਜਦੋਂ ਅਸੀਂ ਅਜੋਕੇ ਪੰਜਾਬ ਦੀ ਗੱਲ ਕਰਦੇ ਹਾਂ ਤੇ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਪੰਜਾਬੀ ਬੋਲਣ ਨੂੰ ਪੇਂਡੂਪੁਣੇ ਨਾਲ ਜੋੜਿਆ ਜਾਂਦਾ ਹੈ, ਜਿੱਥੇ ਕਿ ਸਾਡੀ ਪੰਜਾਬੀ ਮਾਂ ਬੋਲੀ ਸਾਡੇ ਲਈ ਮਾਣ ਵਾਲੀ ਗੱਲ ਹੋਣੀ ਚਾਹੀਦੀ ਸੀ, ਉੱਥੇ ਖਾਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੰਜਾਬੀ ਬੋਲੀ ਨੂੰ ਨਹੀਂ ਬੋਲਿਆ ਜਾਂਦਾ। ਕਿਤੇ ਨਾ ਕਿਤੇ ਇਹ ਲੰਮੇ ਸਮੇਂ ਦੀ ਸਿਧਾਂਤਕ ਘੇਰਾਬੰਦੀ ਹੈ ਜੋ ਹੁਣ ਸਾਡੇ ਸਾਹਮਣੇ ਆ ਰਹੀ ਹੈ। ਬੋਲੀ ਨਾਲ ਸੰਸਕਾਰ ਜੁੜੇ ਹੋਏ ਨੇ, ਬੋਲੀ ਨਾਲ ਧਰਮ ਜੁੜਿਆ ਹੋਇਆ ਹੈ, ਬੋਲੀ ਨਾਲ ਨਿਆਰਾਪਣ ਜੁੜਿਆ ਹੋਇਆ ਹੈਗਾ। ਸੋ ਉਹ 250 ਬੋਲੀਆਂ ਜੇ ਆਸਟ੍ਰੇਲੀਆ ਵਰਗੇ ਮੁਲਕ ਵਿੱਚ ਖਤਮ ਹੋ ਗਈਆਂ ਨੇ, ਤੁਸੀਂ ਹੁਣ ਸਮਝ ਸਕਦੇ ਹੋ ਵੀ ਘੱਟ ਗਿਣਤੀਆਂ ਦੇ ਖਿਲਾਫ ਇਹ ਜਿਹੜੀ ਸਿਧਾਂਤਕ ਘੇਰਾਬੰਦੀ ਆ ਉਹ ਕਿਸੇ ਵੱਡੇ ਪੱਧਰ ਤੇ ਚੱਲ ਰਹੀ ਹੈ। ਤੁਰਕੀ ਵਿੱਚ
ਰਸ਼ੀਆ ਦੀਆਂ ਬਹੁਤ ਸਾਰੀਆਂ ਬੋਲੀਆਂ ਖਤਮ ਹੋ ਚੁੱਕੀਆਂ ਨੇ। ਈਵਨ ਪੱਛਮੀ ਮੁਲਕਾਂ ਦੀਆਂ ਜਿੱਦਾਂ ਸਵਿਟਜ਼ਰਲੈਂਡ ਵਗੈਰਾ ਜਾਂ ਸਵੀਡਨ ਵਗੈਰਾ 'ਚ ਕੁਝ ਬੋਲੀਆਂ ਸੀਗੀਆਂ ਜਿਹੜੀਆਂ ਉਪ ਬੋਲੀਆਂ ਉਹ ਖਤਮ ਹੋਈਆਂ ਨੇ। ਸੋ ਇਸ ਤਰ੍ਹਾਂ ਨਾਲ ਬਹੁਤ ਸਾਰੀਆਂ ਸੰਸਾਰ ਭਰ 'ਚੋਂ ਉਹ ਕਹਿੰਦੇ ਵੀ ਪਿਛਲੇ 100 ਸਾਲਾਂ 'ਚ ਇੱਕ ਤਰ੍ਹਾਂ ਨਾਲ 5000 ਬੋਲੀਆਂ ਨੇ ਜਿਹੜੀਆਂ ਉਹ ਖਤਮ ਹੋ ਗਈਆਂ ਨੇ। ਉਹਨਾਂ ਨੂੰ ਬੋਲਣ ਵਾਲਾ ਕੋਈ ਨਹੀਂ ਰਿਹਾ। ਉਹ ਕਿਉਂਕਿ ਜਿਹੜੇ ਹੌਲੀ ਪੈਟਰਨ ਇਸ ਤਰ੍ਹਾਂ ਦਾ ਲਿਆਂਦਾ ਗਿਆ ਵੀ ਜਿਹੜੇ ਉਸ ਬੋਲੀ ਨੂੰ ਬੋਲਣ ਵਾਲੇ ਓਰੀਜਨਲ ਲੋਕ ਸੀ ਉਹਨਾਂ ਤੋਂ ਜਿਹੜੀਆਂ ਅਗਲੀਆਂ ਪੀੜ੍ਹੀਆਂ ਸੀ ਨਾ ਉਹ ਰਾਜ ਕਰ ਰਹੀ ਧਿਰ ਦੀ ਭਾਸ਼ਾ ਬੋਲਣ ਲੱਗ ਗਈਆਂ। ਇਸ ਤਰ੍ਹਾਂ ਉਹਨਾਂ ਦੀ ਸਿਧਾਂਤਕ ਘੇਰਾਬੰਦੀ ਹੋ ਗਈ। ਜਿਹੜੀਆਂ ਵੱਡੀਆਂ ਕੌਮਾਂ ਨੇ ਉਹ ਚਾਹੁੰਦੀਆਂ ਵੀ ਬੋਲੀਆਂ ਨੂੰ ਅਸਲੀ ਤੌਰ ਤੇ ਬੋਲਣ ਵਾਲੇ ਲੋਕ ਖਤਮ ਹੋ ਜਾਣ, ਧਰਮ ਨੂੰ ਧਾਰਮਿਕ ਰਵਾਇਤਾਂ ਨਾਲ ਜਿਉਣ ਵਾਲੇ ਲੋਕ ਖਤਮ ਹੋ ਜਾਣ, ਆਪਣੇ ਸੱਭਿਆਚਾਰ ਨੂੰ ਜਿੰਦ ਜਾਨ ਤੱਕ ਪਿਆਰ ਕਰਨ ਵਾਲੇ ਲੋਕ ਖਤਮ ਹੋ ਗਏ, ਸਾਡੇ ਵੱਡੇ ਸਮੁੰਦਰ ਵਿੱਚ ਜਜ਼ਬ ਹੋ ਜਾਣ, ਉਹਨਾਂ ਦੀ ਆਪਣੀ ਜਿਹੜੀ ਪਹਿਚਾਣ ਆ ਉਹ ਖਤਮ ਹੋ ਜਾਵੇ, ਉਹ ਸਾਡਾ ਹੀ ਹਿੱਸਾ ਬਣ ਜਾਣ। ਇਹ ਸਿਧਾਂਤਕ ਇਹ ਬਹੁਤ ਵੱਡੀ ਪੱਧਰ ਤੇ ਪੂਰੀ ਦੁਨੀਆ 'ਚ ਵਾਪਰ ਰਿਹਾ, ਅਮਰੀਕਾ 'ਚ ਵਾਪਰ ਰਿਹਾ, ਈਵਨ ਇੰਗਲੈਂਡ 'ਚ ਵਾਪਰ ਰਿਹਾ। ਆਪਣੀਆਂ ਖੇਤਰੀ ਬੋਲੀਆਂ ਨੂੰ ਉਹ ਖਤਮ ਕਰ ਰਹੇ ਨੇ। ਉਹ ਕਹਿੰਦੇ ਅੰਗਰੇਜ਼ੀ ਪੜ੍ਹੀ ਜਾਵੇ ਜਿੱਥੇ ਕਿਤੇ ਵੀ। ਪਹਿਲਾਂ ਕਿਉਂਕਿ ਪੰਜਾਬੀ ਲਈ ਉਹ ਫੰਡਿੰਗ ਕਰਦੇ ਸੀ ਜਾਂ ਹੋਰ ਭਾਸ਼ਾਵਾਂ ਲਈ ਫੰਡਿੰਗ ਕਰਦੇ। ਹਿੰਦੂ ਮੁਖਤਾਰਾ ਅੰਦਰ ਜਜ਼ਬ ਹੋ ਜਾਣ ਦੀ ਢੀਠਤਾਈ ਨਾਲ ਵਕਾਲਤ ਕਰਦੇ ਹੋਏ ਕਿਹਾ ਕਿ ਪੰਜਾਬੀਆਂ ਵਿੱਚ ਜਦੋਂ ਪੰਜਾਬ ਦੇ ਆਰੀਆ ਸਮਾਜੀ ਤੇ ਕੁਝ ਹਿੰਦੂ ਕਾਂਗਰਸੀ ਆਗੂਆਂ ਨੇ ਹਿੰਦੂਆਂ ਨੂੰ ਪੰਜਾਬੀ ਦੀ ਜਗ੍ਹਾ ਹਿੰਦੀ ਨੂੰ ਮਾਂ ਬੋਲੀ ਕਰਾਰ ਦੇਣ ਵਾਸਤੇ ਪ੍ਰੇਰਿਆ ਤਾਂ ਦੋ ਪ੍ਰਮੁੱਖ ਸਿੱਖ ਵਿਦਵਾਨਾਂ ਭਾਈ ਜੋਤ ਸਿੰਘ ਅਤੇ ਪ੍ਰਿੰਸੀਪਲ ਨਿਰੰਜਨ ਸਿੰਘ ਨੇ ਮਾਸਟਰ ਤਾਰਾ ਸਿੰਘ ਦੇ ਕਹਿਣ ਉੱਤੇ ਹਿੰਦੂ ਆਗੂਆਂ ਅੱਗੇ ਇਹ ਪੇਸ਼ਕਸ਼ ਰੱਖੀ ਕਿ ਜੇਕਰ ਹਿੰਦੂ ਮਰਦਮਸ਼ੁਮਾਰੀ ਅੰਦਰ ਪੰਜਾਬੀ ਨੂੰ ਮਾਂ ਬੋਲੀ ਵਜੋਂ ਦਰਜ ਕਰਵਾਉਣ ਲਈ ਸਹਿਮਤ ਹੋ ਜਾਣ ਤਾਂ ਉਹ ਸਿੱਖਾਂ ਨੂੰ ਗੁਰਮੁਖੀ ਦੇ ਥਾਵੇਂ ਦੇਵਨਾਗਰੀ ਲਿਪੀ ਅਪਣਾਉਣ ਲਈ ਮਨਾ ਲੈਣਗੇ। ਕੇਵਲ ਵਰਮਾ ਨੇ ਸਿੱਖ ਕੌਮ ਦੀ ਨਿਆਰੀ ਪਹਿਚਾਣ ਅਤੇ ਹਸਤੀ ਨੂੰ ਮਲੀਆ ਮੇੜ ਕਰਨ ਵਾਲੀ ਇਸ ਖੋਟੀ ਤਜਵੀਜ਼ ਦੇ ਸਿਰੇ ਨਾ ਚੜ੍ਹ ਸਕਣ ਉਤੇ ਗਹਿਰਾ ਅਫਸੋਸ ਕਰਦਿਆਂ ਲਿਖਿਆ, ਜੇ ਕਿਤੇ ਇਹ ਪੇਸ਼ਕਸ਼ ਮਨਜ਼ੂਰ ਕਰ ਲਈ ਜਾਂਦੀ ਤਾਂ ਪੰਜਾਬੀ ਨੇ ਵੀ ਭੋਜਪੁਰੀ, ਮੈਥਲੀ ਜਾਂ ਖੜੀ ਬੋਲੀ ਵਾਂਗ ਹਿੰਦੀ ਦੀ ਹੀ ਉਪਭਾਸ਼ਾ ਬਣ ਜਾਣਾ ਸੀ। ਪਰ ਇਸ ਤਰ੍ਹਾਂ ਹੋਣਾ ਲਿਖਿਆ ਨਹੀਂ ਸੀ। ਪਰੰਤੂ ਬਦਕਿਸਮਤੀ ਨਾਲ ਮੌਜੂਦਾ ਸਾਲਾਂ ਅੰਦਰ ਉਲਟਾ ਚੱਕਰ ਚੱਲ ਪਿਆ। ਐਜੂਕੇਸ਼ਨ ਸਿਸਟਮ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਹਥਿਆਰ ਹੁੰਦਾ ਹੈ। ਇਹੀ ਹਥਿਆਰ ਆਜ਼ਾਦੀ ਤੋਂ ਬਾਅਦ ਭਾਰਤ ਦੇ ਲੋਕਾਂ ਨੂੰ ਕਾਬੂ ਕਰਨ ਦੇ ਲਈ ਸਟੇਟ ਵੱਲੋਂ ਵਰਤਿਆ ਗਿਆ। ਦਰਬਾਰ ਸਾਹਿਬ ਤੇ ਹਮਲੇ ਸਮੇਂ ਬਹੁਤ ਸਾਰੇ ਲੇਖਕ, ਵਿਦਵਾਨ ਅਤੇ ਜੱਜ ਔਰ ਇਸ ਤੋਂ ਇਲਾਵਾ ਪੜ੍ਹਿਆ ਲਿਖਿਆ ਵਰਗ ਸਰਕਾਰ ਦੇ ਹੱਕ ਵਿੱਚ ਖੜਾ ਸੀ। ਹੁਣ ਸਵਾਲ ਇਹ ਹੈ ਕਿ ਇਹਨਾਂ ਸਾਰੇ ਲੋਕਾਂ ਦੇ ਉੱਪਰ ਇਹਨਾਂ ਦੀ ਮਾਡਰਨ ਐਜੂਕੇਸ਼ਨ ਇਸ ਤਹਿ ਤੱਕ ਭਾਰੀ ਹੋ ਚੁੱਕੀ ਸੀ ਕਿ ਇਹ ਨਾ ਚਾਹੁੰਦੇ ਹੋਏ ਵੀ ਸਰਕਾਰੀ ਹੱਥਾਂ ਵਿੱਚ ਖੇਡ ਰਹੇ ਸੀ। ਹੁਣ ਤਾਂ ਇਹ ਬਹੁਤ ਡਿਟੇਲ, ਤੁਸੀਂ ਇੱਕ ਕੌਮ ਦੀ ਗੱਲ ਨਹੀਂ, ਸਾਰੀ ਦੁਨੀਆ 'ਚ ਇਹ ਕੰਮ ਚੱਲਿਆ। ਸੋ ਅਜਬਰ ਸਈਦ ਜਿਹੜਾ ਫਲਸਤੀਨੀ ਬਹੁਤ ਵੱਡਾ ਸਕਾਲਰ, ਹੁਣ ਤਾਂ ਉਹਦੀ ਡੈਥ ਹੋ ਚੁੱਕੀ ਹੈ, ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਟੀਚਰ ਹੁੰਦਾ ਸੀ। ਉਸ ਨੇ ਜਿਹੜੀ ਕਿਤਾਬ ਲਿਖੀ ਹੈ ਓਰੀਐਂਟਲਿਜ਼ਮ, ਦੈਟ ਵਾਜ਼ ਟੋਟਲੀ ਪਾਥ ਬ੍ਰੇਕਿੰਗ। ਉਹਨੇ ਦੱਸਿਆ ਕਿ ਜਿਹੜੀ ਜਦੋਂ ਇਹ ਕਿਸੇ ਦੇਸ਼ ਨੂੰ ਕਬਜ਼ੇ 'ਚ ਲੈਂਦੇ ਸੀ ਫਿਰ ਇਹ ਉਸ ਨੂੰ ਡਿਫਾਈਨ ਕਰਦੇ ਸੀ ਕਿ ਉਹਦੇ ਸਾਰੇ ਕਲਚਰ ਨੂੰ, ਉਹਦੀ ਟ੍ਰੈਡੀਸ਼ਨ ਨੂੰ ਆਪਦੇ ਪੁਆਇੰਟ ਆਫ ਵਿਊ ਤੋਂ ਕਿ ਤੁਸੀਂ ਕੌਣ ਹੋ, ਉਹਨਾਂ ਦਾ ਸਭ ਕੁਝ ਖਤਮ ਕਰਕੇ। ਨੈਪੋਲੀਅਨ ਨੇ ਜਦੋਂ ਮਿਸਰ ਤੇ ਕਬਜ਼ਾ ਕੀਤਾ ਤਾਂ ਆਪਦੇ ਨਾਲ ਬਹੁਤ ਵੱਡੀ ਟੀਮ ਸਕਾਲਰਸ ਦੀ ਲੈ ਕੇ ਗਿਆ ਸੀ। ਉੱਥੋਂ ਦਾ ਜਾ ਕੇ ਉਹਨਾਂ ਦੀਆਂ ਸਾਰੀਆਂ ਜੋ ਆਪਦੀਆਂ ਰਚਨਾਵਾਂ, ਕਿਤਾਬਾਂ ਸੀਗੀਆਂ ਜੋ ਉਹਨਾਂ ਨੇ ਸੈਂਚਰੀਜ਼ ਦੇ ਵਿੱਚ ਲਿਖੀਆਂ ਸੀ, ਉਹ ਲਾਇਬ੍ਰੇਰੀਆਂ 'ਚੋਂ ਖਤਮ ਕਰਕੇ ਆਪਦੇ ਸਕਾਲਰਸ ਦੀਆਂ ਟੀਮਾਂ ਲਾਈਆਂ, ਉਹਨਾਂ ਦਾ ਇਤਿਹਾਸ ਲਿਖਿਆ, ਉਹਨਾਂ ਨੂੰ ਬੜਾ ਸੋਹਣਾ ਛਾਪ ਕੇ ਜਿਲਦਾਂ 'ਚ, ਫਿਰ ਉਹ ਲਾਇਬ੍ਰੇਰੀਆਂ 'ਚ ਰੱਖਿਆ। ਫਿਰ ਮਿਸਰ ਦਾ ਜਿਹੜਾ ਵੀ ਬੰਦਾ ਪੜ੍ਹਦਾ ਸੀ ਹਾਇਰ ਸਟੱਡੀ, ਉਹਦੇ ਜਿਹੜੇ ਸੋਮੇ ਸੀ, ਜਿਹੜੇ ਮਿਸਰ ਬਾਰੇ ਵੀ ਜਾਣਨਾ ਹੈ, ਉਹ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਤੋਂ ਜਾਣੂ। ਸੇਮ ਸਾਡੇ ਹੋਇਆ। ਸਾਡੇ ਜੇ ਸਿੱਖੀ ਬਾਰੇ ਵੀ ਬੰਦਾ ਪੜ੍ਹਦਾ ਹੈ, PhD ਕਰਦਾ ਹੈ, MA 'ਚ ਪੜ੍ਹਦਾ ਹੈ, MPhil ਕਰਦਾ, ਜਿਹੜੀ ਹਾਇਰ ਐਜੂਕੇਸ਼ਨ ਹੈ, ਉਹਦੀਆਂ ਨਜ਼ਰਾਂ 'ਚ ਜਿਹੜੇ ਸਾਡੇ ਗ੍ਰੰਥ ਹਨ, ਪੁਰਾਤਨ ਗ੍ਰੰਥ, ਉਹ ਬੇਕਾਰ ਹੈ। ਉਹ ਤਾਂ ਸੁਣੀਆਂ ਸੁਣਾਈਆਂ ਗੱਲਾਂ ਕਹਿੰਦੇ ਵੀ ਉਹਨਾਂ ਦੀ ਕੋਈ ਵੈਲਿਊ ਨਹੀਂ। ਸੋ ਜਿਹੜੇ ਮਾਡਰਨ ਲੇਖਕਾਂ ਨੇ ਲਿਖਿਆ ਉਹੀ ਕਿਤਾਬਾਂ ਦੇ ਹਵਾਲੇ ਦਿੱਤੇ ਜਾਂਦੇ ਨੇ, ਉਹਨਾਂ ਆਸਰੇ ਸਭ ਕੁਝ ਕੀਤਾ ਜਾਂਦਾ ਹੈ।
ਸੋ ਫਿਰ ਤੁਸੀਂ ਆਪਦੇ ਹੀ ਇਤਿਹਾਸ ਨੂੰ, ਆਪਦੇ ਹੀ ਧਰਮ ਨੂੰ, ਆਪਦੇ ਹੀ ਵਿਰਸੇ ਨੂੰ, ਆਪਦੇ ਹੀ ਸੱਭਿਆਚਾਰ ਨੂੰ ਬਿਲਕੁਲ ਇੱਕ ਹੋਰ ਐਨਕਾਂ ਰਾਹੀਂ ਦੇਖਣਾ ਸ਼ੁਰੂ ਕਰ ਦਿੰਦੇ ਹੋ। ਉਹ ਹੋਰ ਤਰ੍ਹਾਂ ਉਹ ਸਭ ਕੁਝ ਹੀ ਬਦਲ ਜਾਂਦਾ ਹੈ। ਸੋ ਇਹ ਇੱਕ ਸਿਲਸਿਲਾ ਚੱਲਿਆ ਕੰਟਰੋਲ ਕਰਨ ਦਾ। ਮੈਂ ਇਸ ਪਾਸੇ ਤਾਂ ਗਿਆ ਕਿਉਂਕਿ ਮਨ 'ਚ ਸਵਾਲ ਬਹੁਤ ਵੱਡਾ ਖੜਾ ਹੋਇਆ ਵੀ ਦਰਬਾਰ ਸਾਹਿਬ ਤੇ ਪਹਿਲਾਂ ਵੀ ਹਮਲੇ ਹੋਏ ਨੇ, 18ਵੀਂ ਸਦੀ ਦੇ ਵਿੱਚ ਕਿੰਨੇ ਹਮਲੇ ਹੋਏ ਨੇ। ਇਹ ਕਦੇ ਨਹੀਂ ਸੀ ਹੋਇਆ ਵੀ ਸਿੱਖਾਂ ਦਾ ਕੋਈ ਵਰਗ ਨਾਲ ਰਲ ਜੇ ਉਹਨਾਂ ਦੇ ਹਮਲਾਵਰਾਂ ਦੇ। ਸਾਰੀ ਕੌਮ ਡਟ ਜਾਂਦੀ ਸੀ ਉਸ ਹਮਲੇ ਦੇ ਖਿਲਾਫ। ਟੋਟਲ ਪੋਲਰਾਈਜੇਸ਼ਨ, ਕੋਈ ਕਿਸੇ ਸਿੱਖ ਨੂੰ ਕਨਫਿਊਜ਼ਨ ਨਹੀਂ ਸੀ ਹੁੰਦਾ। ਇਹ ਪਹਿਲੀ ਵਾਰ ਹੋਇਆ ਹਮਲਾ ਦਰਬਾਰ ਸਾਹਿਬ ਤੇ ਹੋ ਰਿਹਾ ਹੈ। ਕਿੱਡਾ ਵੱਡਾ ਸੈਕਸ਼ਨ ਦੁਸ਼ਮਣ ਦੇ ਨਾਲ ਹੈ ਸਿੱਖਾਂ ਦਾ। ਇਕੱਲੇ ਫੌਜੀ ਨਹੀਂ, ਇਕੱਲੇ ਪੁਲਿਸੀਏ ਨਹੀਂ, ਇਕੱਲੀ ਬਿਊਰੋਕਰੇਸੀ ਨਹੀਂ, ਵਿਦਵਾਨ ਵੀ, ਪੱਤਰਕਾਰ ਵੀ, ਐਜੂਕੇਸ਼ਨਿਸਟ ਵੀ, ਵਕੀਲ ਵੀ, ਜੱਜ ਵੀ ਇਹ ਕਿਵੇਂ ਵਾਪਰ ਗਿਆ ਭਲਾ? ਇਹਦੀ ਕੋਈ ਨਾ ਕੋਈ ਵਿਆਖਿਆ ਹੋਣੀ ਚਾਹੀਦੀ ਹੈ। ਇਹ ਕਿਉਂ ਵਾਪਰ ਗਿਆ? ਤੇ ਜੇ ਸਾਡੇ ਕੋਲ ਇਹਦੀ ਕੋਈ ਵਿਆਖਿਆ ਨਹੀਂ, ਫਿਰ ਇਸ ਦਾ ਰੋਕਥਾਮ ਕੋਈ ਨਹੀਂ ਕਰ ਸਕਦੇ। ਸੋ ਫਿਰ ਮੈਂ ਤਾਂ ਇਹ ਸਟੱਡੀ ਕਰਨਾ ਸ਼ੁਰੂ ਕੀਤਾ। ਇਹ ਕਿਤਾਬ ਤਾਂ ਲਿਖਣੀ ਪਈ ਕਿਉਂਕਿ ਬੰਦਿਆਂ ਨੂੰ ਪਤਾ ਨਹੀਂ ਲੱਗਦਾ, ਉਹ ਅਚੇਤ ਤੌਰ ਤੇ ਵਰਤੇ ਜਾ ਰਹੇ, ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ। ਸੋ ਉਹਨਾਂ ਦੀ ਇੰਡੋਕਟਰੀਨੇਸ਼ਨ ਹੋ ਜਾਂਦੀ ਹੈ। ਉਹਨਾਂ ਨੂੰ ਇਹ ਲੱਗਦਾ ਕਿ ਮੈਂ ਇਹ ਠੀਕ ਕੰਮ ਕਰ ਰਿਹਾ, ਕਿ ਮੈਂ ਤਾਂ ਇੱਕ ਬਹੁਤ ਵੱਡਾ ਕੰਮ ਕਰ ਰਿਹਾ, ਦੇਸ਼ ਦੀ ਸੇਵਾ ਕਰ ਰਿਹਾ। ਇਹ ਬੰਦੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੇ। ਜਦੋਂ ਤੁਸੀਂ ਉਹ ਬਦਲਤੀਆਂ ਲੋਇਲਟੀ ਦੀਆਂ ਪ੍ਰਾਇਓਰਟੀਜ਼, ਫਿਰ ਬੰਦਾ ਉਸ ਹਿਸਾਬ ਨਾਲ ਚੱਲ ਪੈਂਦਾ ਹੈ। ਸੋ ਇਹ ਫਿਰ ਜਦੋਂ ਮੈਂ ਸਟੱਡੀ ਕੀਤਾ ਵੀ ਉਹ ਸਪੀਡ 'ਚ ਯੂਨੀਵਰਸਿਟੀਆਂ 'ਚ ਕੀ ਹੋਇਆ, ਕਿਹੋ ਜਿਹੇ ਸੈਮੀਨਾਰ ਹੋਏ, ਕਿਹੋ ਜਿਹੀਆਂ ਗੱਲਾਂ ਕੀਤੀਆਂ ਗਈਆਂ, ਕਿਹੋ ਜਿਹੇ ਸਿਲੇਬਸ ਆਏ, ਅਤੇ ਉਹਦੇ 'ਚ ਕਿੰਨਾ ਇੰਟਰਵੈਂਸ਼ਨ ਹੋਈ ਸੈਂਟਰਲ ਲੈਵਲ ਤੋਂ, ਇਹ ਵਰਤਾਰਾ ਕੀ ਚੱਲਿਆ, ਉਹ ਫਿਰ ਪਤਾ ਲੱਗਿਆ। ਤੇ ਪ੍ਰੋਬਲਮ ਇਹ ਸੀ ਵੀ ਸਾਡੇ ਲੋਕਾਂ ਨੂੰ ਸਿਰਫ ਜੋ ਵਿਜੀਬਲ ਹੈ ਜ਼ੁਲਮ, ਉਹੀ ਦਿਸਿਆ। ਉਹ ਤਾਂ ਵਿਜੀਬਲ ਸੀ ਨਾ, ਬੰਦੇ ਫੜ ਲਏ, ਮਾਰਤੇ, ਟੌਰਚਰ ਕੀਤਾ, ਘਰ ਉਜਾੜਤੇ। ਇਹ ਤਾਂ ਇੱਕ ਫਿਜ਼ੀਕਲ ਲੈਵਲ 'ਤੇ ਚੱਲਿਆ, ਪਰ ਉਦੋਂ ਬਹੁਤ ਚਿਰ ਪਹਿਲਾਂ ਉਹ ਚੱਲ ਚੁੱਕਿਆ ਸੀ ਇੱਕ ਮੈਂਟਲ ਲੈਵਲ ਦੇ ਉੱਤੇ। ਅਤੇ ਉਹਦੇ ਵਿੱਚੋਂ ਉਹ ਫਿਰ ਉਹਨਾਂ ਦੇ ਹਥਿਆਰ ਬਣੇ, ਬੰਦੇ ਟੂਲ ਬਣੇ, ਅਤੇ ਬਣਦੇ ਰਹਿਣਗੇ। ਅੱਜ ਫਿਰ ਬਣ ਰਹੇ ਨੇ, ਕਿਉਂਕਿ ਇੰਨੀਆਂ ਪੁਸ਼ਤਾਂ ਹੋ ਗਈਆਂ ਜਨਰੇਸ਼ਨ, ਜਦੋਂ ਉਹਨਾਂ ਨੇ ਉਹ ਚੀਜ਼ਾਂ ਬਾਰ-ਬਾਰ ਦਿਮਾਗਾਂ ਦੇ ਵਿੱਚ ਵਾੜਤੀਆਂ। ਗੁਰੂ ਨਾਨਕ ਸਾਹਿਬ ਇੱਕ ਚੰਗੇ ਸਮਾਜ ਸੁਧਾਰਕ ਸਨ। ਤੁਹਾਨੂੰ ਸੁਣਨ ਦੇ ਵਿੱਚ ਇਹ ਗੱਲ ਬਹੁਤ ਵਧੀਆ ਲੱਗੇਗੀ, ਆਪਣੇ ਗੁਰੂ ਦੀ ਸਿਫਤ ਲੱਗੇਗੀ, ਪਰ ਇਹ ਗੱਲ ਸੁਣ ਕੇ ਤੁਸੀਂ ਵੀ ਸਿਧਾਂਤਕ ਘੇਰਾਬੰਦੀ ਦਾ ਹਿੱਸਾ ਬਣ ਰਹੇ ਹੋ। ਉਹ ਕਿਵੇਂ? ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਸਾਹਿਬ ਬਾਰੇ ਕਹਿੰਦੇ ਹਨ, ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਹੁਣ ਇਹਨਾਂ ਦੋਨਾਂ ਦੇ ਵਿੱਚ ਕਿੰਨਾ ਫਰਕ ਹੈ? ਸਮਾਜ ਸੁਧਾਰਕ ਤੇ ਕੋਈ ਵੀ ਹੋ ਸਕਦਾ ਹੈ, ਪਰ ਉਸ ਅਕਾਲ ਪੁਰਖ ਦੀ ਜੋਤ ਹਰ ਕੋਈ ਨਹੀਂ ਹੋ ਸਕਦਾ। ਇਸ ਤਰੀਕੇ ਦੀ ਜਿਹੜੀ ਸਿਧਾਂਤਕ ਘੇਰਾਬੰਦੀ ਹੈ, ਇਹ ਸਿੱਖਾਂ ਦੇ ਨਾਲ ਕੀਤੀ ਗਈ। ਆ ਸਾਡਾ ਦੇਸ਼ ਹੈ, ਇੱਕ ਦਾਇਰਾ ਬਗਲ ਲਿਆ ਹੈ, ਤਾਂ ਬੰਦੇ ਨੇ ਬਗਲ ਇਹ ਤਾਂ ਰੱਬ ਨੇ ਤਾਂ ਕੋਈ ਕ੍ਰੀਏਸ਼ਨ ਇਸ ਤਰ੍ਹਾਂ ਨਹੀਂ ਕੀਤੀ ਕਿ ਆਹ ਇਹਦਾ ਦੇਸ਼, ਆਹ ਇਹਦਾ ਦੇਸ਼। ਅਤੇ ਪੱਕੀਆਂ ਲਕੀਰਾਂ ਕੋਈ ਨਹੀਂ, ਹਮੇਸ਼ਾ ਹੀ ਬਦਲਦੀਆਂ ਰਹਿੰਦੀਆਂ। ਬਾਰਡਰਸ ਆਪਾਂ ਨੂੰ ਅੱਜ ਵੀ ਪਤਾ ਹੈ, ਅਤੇ ਉਹਨੂੰ ਤੁਸੀਂ ਸੇਕਰਡ ਬਣਾ ਦਿਓ। ਸੋ ਐਕਚੁਅਲੀ ਹੋਇਆ ਹੈ ਕਿ ਮਾਡਰਨ ਸਟੇਟ ਨੇ ਜਿਹੜੇ ਸੇਕਰਡ ਹੈ ਉਹਦੇ ਅਰਥ ਬਦਲਤੇ। ਸਾਡੇ ਵਾਸਤੇ ਸੇਕਰਡ ਉਹ ਸੀ ਜੋ ਦੇਵੀ ਹੈ। ਬੰਦੇ ਦੀ ਸਿਰਜੀ ਕੋਈ ਵੀ ਚੀਜ਼ ਸੇਕਰਡ ਨਹੀਂ ਹੋ ਸਕਦੀ। ਉਹ ਅਵਿਨਾਸ਼ੀ ਨਹੀਂ, ਉਹ ਸਦੀਵੀ ਨਹੀਂ। ਹੁਣ ਤਾਂ ਇੱਕ ਸਮੇਂ ਵਾਸਤੇ ਰੋਲ ਨਿਭਾਇਆ, ਉਸ ਤੋਂ ਬਾਅਦ ਜੇ ਤੁਸੀਂ ਉਹਨੂੰ ਸੇਕਰਡ ਬਣਾ ਲਓਗੇ ਫਿਰ ਤਾਂ ਗੜਬੜ ਹੋ ਜਾਊਗੀ। ਸੋ ਸੇਕਰਡ ਸਿਰਫ ਹੈ ਜੋ ਚੀਜ਼ ਦੇਵੀ ਹੈ। ਇਹਨਾਂ ਨੇ ਸੰਵਿਧਾਨ ਨੂੰ ਸੇਕਰਡ ਡਾਕੂਮੈਂਟ ਕਹਿਤਾ, ਹਾਲਾਂਕਿ ਇੱਕ ਸੋਚ ਸਮਝ ਕੇ ਇੱਕ ਵਿਉਂਤ 'ਚੋਂ ਲਿਖਿਆ ਡਾਕੂਮੈਂਟ ਹੁੰਦਾ। ਬੰਦਿਆਂ ਨੇ ਆਪਦੇ ਬੁੱਧੀ ਨਾਲ, ਆਪਦੇ ਇੰਟਲੈਕਟ ਨਾਲ ਲਿਖਿਆ। ਉਹ ਕੋਈ ਗੋਡ ਦੀ ਕ੍ਰੀਏਸ਼ਨ ਨਹੀਂ। ਸੋ ਇਹ ਠੀਕ ਹੈ, ਉਹਦੀ ਤੁਹਾਨੂੰ ਲੋੜ ਪੈਂਦੀ ਹੈ, ਹੋਰ ਬੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ, ਪਰ ਡੋਂਟ ਸੇ ਇਟ ਇਜ਼ ਅ ਸੇਕਰਡ ਡਾਕੂਮੈਂਟ। ਇਟ ਕੈਨ ਬੀ ਇੰਪੋਰਟੈਂਟ ਡਾਕੂਮੈਂਟ,
ਆਫਟਰ ਆਲ ਤੁਸੀਂ ਸਟੇਟ ਰਨ ਕਰਨੀ ਹੈ। ਇਹ ਗੜਬੜ ਕਰਦੇ ਆ, ਪਵਿੱਤਰਤਾ ਦੇ ਅਰਥ ਬਦਲ ਦਿੰਦੇ ਆ। ਸੋ ਪੁਰਾਤਨ ਸਮੇਂ 'ਚ ਸਾਡੇ ਵਾਸਤੇ ਪਵਿੱਤਰ ਕੀ ਸੀ ਤੇ ਅੱਜ ਇਹਨਾਂ ਨੇ ਪਵਿੱਤਰ ਕੀ ਬਣਾਤਾ, ਉਹਦੇ ਪਿੱਛੇ ਲੋਕ ਜਾਨਾਂ ਦੇਈ ਜਾਂਦੇ ਨੇ। ਇਹ ਸਿਲਸਿਲਾ ਚੱਲੀ ਜਾਂਦਾ ਹੈ। ਸੋ ਮੈਂ ਇਹ ਦੇਖਿਆ ਕਿ ਸਿੱਖਾਂ ਨੂੰ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਆਪਦੀ ਜਕੜ ਦੇ ਵਿੱਚ ਲਿਆ, ਅੱਜ ਵੀ ਲਿਆ ਹੋਇਆ, ਜਿਹਦੇ ਕਰਕੇ ਦੂਜੀ ਗੱਲ ਮੇਰੇ ਮਨ 'ਚ ਇਹ ਆਈ ਸੀ ਕਿ ਦੁਨੀਆ ਦਾ ਸਾਰਾ ਇਤਿਹਾਸ ਦੇਖ ਲਓ, ਜਦੋਂ ਕੋਈ ਕੌਮ ਆਪਦੀ ਆਜ਼ਾਦੀ ਲਈ ਲੜਦੀ ਹੈ ਤਾਂ ਜਿਹੜਾ ਉਹਦਾ ਬੁੱਧੀਮਾਨ ਵਰਗ ਹੈ ਉਹ ਉਹਨੂੰ ਅਗਵਾਈ ਦਿੰਦਾ ਹੁੰਦਾ ਹੈ। ਉਹਨੇ ਉਹਦੇ ਨਿਸ਼ਾਨੇ ਮਿਥਨੇ, ਉਹਨੇ ਉਹਦੀ ਰਣਨੀਤੀ ਤਿਆਰ ਕਰਨੀ ਹੈ ਕਿ ਕਦੋਂ ਕੀ ਕਰਨਾ ਹੈ, ਖਾਕਾ ਪੂਰਾ ਉਹ ਪੈਰ ਪੈਰ 'ਤੇ ਅਗਵਾਈ ਦਿੰਦਾ ਹੈ, ਕਿਉਂਕਿ ਉਹਦੇ ਕੋਲ ਇੱਕ ਫੋਰਸਾਈਟਡਨੈਸ ਹੁੰਦੀ ਹੈ, ਦੂਰ ਤੱਕ ਦੇਖ ਸਕਦਾ ਹੈ। ਇੱਥੇ ਅਸੀਂ ਦੇਖਿਆ ਕਿ ਸਾਡੇ ਤਾਂ ਵਿਦਵਾਨ ਨੇ ਅਗਵਾਈ ਕਿਤੇ ਨਹੀਂ ਦਿੱਤੀ। ਬਿਲਕੁਲ ਸਧਾਰਨ ਨਵੇਂ ਮੁੰਡੇ ਜਿਨ੍ਹਾਂ ਨੂੰ ਕੋਈ ਜ਼ਿੰਦਗੀ ਦਾ ਤਜਰਬਾ ਨਹੀਂ, ਨਾ ਪੋਲੀਟਿਕਸ ਦਾ ਨਾ ਕੁਛ ਪੜ੍ਹਾਈ ਦਾ, ਉਹ ਉੱਠ ਕੇ ਉਹ ਤਾਂ ਆਪਦੇ ਜਜ਼ਬੇ ਨਾਲ ਲੜੀ ਗਏ ਤੇ ਵਿਦਵਾਨ ਵਰਗ ਨੇ ਤਾਂ ਕਿਤੇ ਵੀ ਇਹ 'ਚ ਅਗਵਾਈ ਨਹੀਂ ਦਿੱਤੀ ਉਹਨਾਂ ਨੂੰ, ਜਾਂ ਚੁੱਪ ਪਾਸੇ ਖੜਾ ਰਿਹਾ ਤੇ ਜਾਂ ਸਟੇਟ ਦੇ ਨਾਲ ਚੱਲਿਆ, ਜ਼ਿਆਦਾਤਰ ਸਟੇਟ ਦੇ ਨਾਲ ਚੱਲਿਆ। ਸੋ ਇਹ ਆਮ ਹੁੰਦਾ ਨਹੀਂ ਕਿਤੇ। ਸੋ ਇਹ ਵੀ ਇੱਕ ਸਵਾਲ ਸੀ ਕਿ ਇਹਦੀ ਵਿਆਖਿਆ ਕੋਈ ਕਿਉਂ ਐ ਹੋ ਗਿਆ। ਸੋ ਇਕੱਲਾ ਆਪਾਂ ਇਹ ਕਹੀਏ ਕਿ ਉਹ ਕੈਰੀਅਰਿਸਟ ਹੈ, ਉਹ ਲਾਲਚੀ ਹੈ, ਇਹ ਵੀ ਹੈ ਇੱਕ ਗੱਲ, ਪਰ ਇਕੱਲਾ ਇਹ ਨਹੀਂ, ਬੰਦੇ ਨੇ ਆਪਦੀ ਜ਼ਮੀਰ ਨੂੰ ਵੀ ਤਾਂ ਕੋਈ ਜਵਾਬ ਦੇਣਾ ਹੁੰਦਾ ਨਾ। ਤੇ ਜੇ ਉਹਨੂੰ ਇਹੀ ਲੱਗੀ ਜਾਵੇ ਮੈਂ ਤਾਂ ਗਦਾਰ ਹਾਂ, ਮੈਂ ਕੌਮ ਨਾਲ ਗਦਾਰੀ ਕਰ ਰਿਹਾ, ਤੇ ਉਹ ਲੰਮਾ ਚਿਰ ਉਹਦੀ ਆਤਮਾ ਨੇ ਇਹ ਬੋਝ ਝੱਲ ਨਹੀਂ ਸਕਣਾ ਹੁੰਦਾ। ਉਹਨੇ ਉਹਦੀ ਕੋਈ ਵਿਆਖਿਆ ਦੇਣੀ ਹੁੰਦੀ ਹੈ ਕਿ ਮੈਂ ਜੋ ਕਰ ਰਿਹਾ ਮੈਂ ਠੀਕ ਕਰ ਰਿਹਾ, ਮੈਂ ਗੁਰੂ ਆਸ਼ੇ ਅਨੁਸਾਰ ਹੀ ਕਰ ਰਿਹਾ। ਸੋ ਉਹਦੇ ਵਾਸਤੇ ਸਭ ਤੋਂ ਪਹਿਲਾ ਕੰਮ ਇਹ ਸੀ, ਉਹਨਾਂ ਨੂੰ ਪਤਾ ਸੀ ਵੀ ਸਿੱਖ ਦੀ ਜਿਹੜੀ ਵਫਾਦਾਰੀ ਹੈ ਉਹ ਆਪਦੇ ਗੁਰੂ ਨਾਲ ਹੈ, ਗੁਰੂ ਤੋਂ ਉੱਤੇ ਕੋਈ ਚੀਜ਼ ਨਹੀਂ ਸਿੱਖ ਵਾਸਤੇ। ਇਸ ਕਰਕੇ ਪਹਿਲਾਂ ਗੁਰੂ ਨੂੰ ਰੀਇੰਟਰਪ੍ਰੈਟ ਕਰ ਦਿਓ। ਪੁਰਾਤਨ ਸਮੇਂ 'ਚ ਲੋਕ ਆਪਦੇ ਗੁਰੂ ਨੂੰ ਕਿਵੇਂ ਦੇਖਦੇ ਸੀ, ਅਸੀਂ ਅੱਜ ਕਿਵੇਂ ਦੇਖਦੇ ਹਾਂ, ਉਹ 'ਚ ਫਰਕ ਪੈ ਗਿਆ। ਅੱਜ ਸਾਨੂੰ ਜੋ ਵਿੱਦਿਆ ਗ੍ਰਹਿਣ ਕੀਤੀ, ਜਿਵੇਂ ਸਾਨੂੰ ਮੀਡੀਆ ਰਾਹੀਂ, ਐਜੂਕੇਸ਼ਨ ਸਿਸਟਮ ਰਾਹੀਂ, ਵਿਦਵਾਨਾਂ ਦੀਆਂ ਕਿਤਾਬਾਂ ਰਾਹੀਂ ਇੱਕ ਗੁਰੂ ਦੀ ਵਿਆਖਿਆ ਆ ਗਈ। ਪੁਰਾਤਨ ਸਮੇਂ 'ਚ ਇਹ ਨਹੀਂ ਸੀ। ਉੱਥੇ ਆਪਦੇ ਮਾਵਾਂ ਤੋਂ, ਆਪਣੀਆਂ ਦਾਦੀਆਂ ਤੋਂ ਕਹਾਣੀਆਂ ਸੁਣ ਸੁਣ ਕੇ ਲੋਕਾਂ ਦੇ ਮਨਾਂ 'ਚ ਇੱਕ ਗੁਰੂ ਦਾ ਇਮੇਜ ਬਣਦਾ ਸੀ। ਉਹ ਉਸ ਹਿਸਾਬ ਨਾਲ ਉਹ ਗੁਰੂ ਨਾਲ ਜੁੜਦੇ ਸੀ। ਅੱਜ ਇਹਦੀ ਇੱਕ ਬੌਧਿਕ ਵਿਆਖਿਆ ਆ ਗਈ ਗੁਰੂ ਦੀ। ਹੁਣ ਉਹ 'ਚ ਫਿਰ ਕੀ ਆਇਆ, ਉਹਨੂੰ ਮਾਡਰਨ ਟਰਮਾਂ 'ਚ ਗੁਰੂ ਨੂੰ ਡਿਫਾਈਨ ਕਰਨਾ ਸ਼ੁਰੂ ਕਰਤਾ। ਮਾਡਰਨ ਕੀ ਹੈ ਕਿ ਮਾਡਰਨ ਟਰਮਾਂ ਦੇ ਵਿੱਚ ਗਿਆਨ ਨੂੰ, ਜਿਹੜਾ ਦੁਨਿਆਵੀ ਗਿਆਨ ਹੈ, ਇਹਨੂੰ ਬਹੁਤ ਉੱਚੀ ਥਾਂ ਦਿੱਤੀ ਗਈ ਹੈ। ਸਾਡੀ ਪੁਰਾਤਨ ਪਰੰਪਰਾ 'ਚ, ਸਾਡੀ ਗੁਰਬਾਣੀ ਦੇ ਵਿੱਚ ਵੀ ਇਹ ਗੱਲਾਂ ਕੀਤੀਆਂ ਹੋਈਆਂ ਕਿ ਇਹ ਸਾਰੀ ਪੜ੍ਹਾਈ ਖੂਹ ਖਾਤੇ ਪੈ ਜਾਂਦੀ ਹੈ ਜੇ ਤੁਹਾਡੇ ਅੰਦਰ ਆਤਮ ਗਿਆਨ ਨਹੀਂ। ਸੋ ਬੰਦੇ ਦੀ ਵਿਆਖਿਆ ਉਹਦੀ ਆਤਮਾ ਤੋਂ ਹੁੰਦੀ ਸੀ, ਨਾ ਕਿ ਉਹਦੇ ਗਿਆਨ ਤੋਂ, ਕਿ ਉਹ ਜਾਣਦਾ ਕਿੰਨਾ ਕੁਛ ਹੈ। ਉਹ ਤਾਂ ਜੇ ਮਤਲਬ ਉਹਦੇ ਅੰਦਰ ਆਤਮਿਕ ਤਬਦੀਲੀ ਕੋਈ ਨਹੀਂ ਆਈ, ਉਸ ਗਿਆਨ ਨੇ ਤਾਂ ਉਹਨੂੰ ਹੋਰ ਹਉਮੈ ਚਾੜ ਦੇਣੀ ਹੈ, ਉਹ ਤਾਂ ਹੋਰ ਤਬਾਹੀ ਕਰਦਾ ਬੰਦਾ। ਸੋ ਇਸ ਕਰਕੇ ਉਹ ਜਿਹੜੀ ਗੱਲ ਸੀਗੀ ਕਿ ਜਿਹੜਾ ਗੁਰੂਆਂ ਨੂੰ, ਉਹਨਾਂ ਨੂੰ ਫਿਰ ਮਾਡਰਨ ਟਰਮਸ ਰਾਹੀਂ ਡਿਫਾਈਨ ਕਰਨਾ ਸ਼ੁਰੂ ਕਰਤਾ। ਤੇ ਮੈਂ ਬਹੁਤ ਦੇਖਿਆ ਕਿਤਾਬਾਂ ਪੜ੍ਹਨੀਆਂ, ਜਦੋਂ ਉਹਦੇ ਵਿੱਚੋਂ ਕੀ ਨਿਕਲਦਾ ਕਿ ਗੁਰੂ ਨਾਨਕ ਦੇਵ ਜੀ ਇੱਕ ਸਮਾਜ ਸੁਧਾਰਕ ਸਨ, ਉਹਨਾਂ ਨੇ ਸਮਾਜ 'ਚ ਬਹੁਤ ਸੁਧਾਰ ਕੀਤਾ, ਰਿਫਾਰਮਰ। ਹੁਣ ਰਿਫਾਰਮਰ ਜਿਹੜਾ ਇਹ ਮਾਡਰਨ ਕੈਟੇਗਰੀ ਹੈ, ਤੁਹਾਨੂੰ ਪੁਰਾਣੇ ਕਿਸੇ ਗ੍ਰੰਥ 'ਚ ਸ਼ਬਦ ਨਹੀਂ ਮਿਲੂ। ਇਹ ਸਮਾਜ ਸੁਧਾਰ, ਦੇਸ਼ ਭਗਤੀ, ਇਹਦੇ ਮਾਡਰਨ ਟਰਮ ਹਨ ਨਾ ਸਾਰੀਆਂ। ਹਾਂ, ਸੋ ਉਹਨਾਂ ਨੇ ਫਿਰ ਇਹਨੂੰ ਜੋ ਮਾਡਰਨ ਟਰਮਾਂ ਸੀਗੀਆਂ, ਤਰਕਸ਼ੀਲ ਕਹਿਣਾ ਸ਼ੁਰੂ ਕਰਤਾ। ਤਰਕਸ਼ੀਲ ਸਾਡੇ ਸ਼ਬਦ ਹੀ ਕਿਤੇ ਨਹੀਂ ਸੀ, ਸਾਡੇ ਵਿਵੇਕਸ਼ੀਲ ਹੈ। ਸੋ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਤਰਕਸ਼ੀਲ ਕਹਿ ਦਿਓ, ਬਹੁਤ ਵੱਡੇ ਵਿਦਵਾਨ। ਇਹ ਦੁਨਿਆਵੀ ਸਿਫਤਾਂ ਤੇ ਇਹ ਤਾਂ ਬਹੁਤ ਬੰਦਿਆਂ 'ਚ ਹੋ ਸਕਦੀਆਂ, ਵਿਦਵਾਨ ਤਾਂ ਹਜ਼ਾਰਾਂ ਹੋ ਸਕਦੇ ਨੇ। ਗੁਰੂ ਦੀ ਸ਼ਾਨ ਇਸ ਗੱਲ 'ਚ ਹੈ ਕਿ ਗੁਰੂ ਸਿਰਫ ਗੁਰੂ ਹੈ, ਉਹਦਾ ਸਾਨੀ ਕੋਈ ਨਹੀਂ, ਉਹਦੀ ਤੁਲਨਾ ਵੀ ਨਹੀਂ ਕੀਤੀ ਜਾ ਸਕਦੀ।
ਉਹ ਆਪਣੇ ਆਪ 'ਚ ਬਸ ਆਪਣੇ ਆਪ 'ਚ ਹੀ ਹੈ, ਯੂਨੀਕ ਹੈ। ਸੋ ਇਸ ਕਰਕੇ ਉਹਨਾਂ ਨੂੰ ਇਸ ਮੌਜੂਦਾ ਜੋ ਦੁਨਿਆਵੀ ਸਿਫਤਾਂ ਹਨ ਉਹਦੇ ਰਾਹੀਂ ਡਿਫਾਈਨ ਕਰਨਾ, ਇਹਦੇ ਨਾਲ ਫਿਰ ਸਾਡੇ ਮਨਾਂ ਦੇ ਵਿੱਚ ਜੋ ਗੁਰੂ ਦਾ ਅਕਸ ਸੀਗਾ, ਇਮੇਜ ਸੀਗਾ, ਉਹ ਬਹੁਤ ਛੋਟਾ ਬਣ ਗਿਆ। ਉਹ ਰਿਹਾ ਨਹੀਂ ਜੋ ਗੁਰੂ ਸੀ, ਉਹਨੂੰ ਰਿਡਿਊਸ ਕਰ ਲਿਆ ਸੀ ਅੱਜ ਦੀ ਗਿਆਨ ਦੇ ਢਾਂਚੇ 'ਚ ਫਿੱਟ ਕਰਨ ਕਰਕੇ। ਤੇ ਨੈਚੁਰਲੀ ਫਿਰ ਉਹਨੇ ਸਾਡੇ ਸਾਰੇ ਕੰਡਕਟ 'ਤੇ ਸਭ ਕੁਝ 'ਤੇ ਅਸਰ ਪਾਇਆ। ਸੋ ਇਹ ਤੁਸੀਂ ਨੋਟ ਕਰੋ ਕਿ ਜੋ ਖਾੜਕੂ ਲਹਿਰ ਦੇ ਵਿੱਚ ਜਿਨ੍ਹਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਉਹ ਮੋਸਟਲੀ ਪਿੰਡਾਂ ਦੇ ਲੋਕ ਸੀ। ਅੱਜ ਕੱਲ ਬਹੁਤ ਸਾਰੇ ਲੋਕ ਗਿਆਨ ਨੂੰ ਗੁਰੂ ਕਹਿ ਕੇ ਪ੍ਰਚਾਰ ਰਹੇ ਹਨ। ਦੁਨਿਆਵੀ ਗਿਆਨ ਕਦੇ ਵੀ ਗੁਰੂ ਨਹੀਂ ਹੋ ਸਕਦਾ ਔਰ ਇਸ ਗੱਲ ਤੇ ਮੋਹਰ ਗੁਰੂ ਗ੍ਰੰਥ ਸਾਹਿਬ ਜੀ ਲਾਉਂਦੇ ਹਨ। ਅਸੀਂ ਆਸਾ ਦੀ ਵਾਰ ਦੇ ਵਿੱਚ ਰੋਜ਼ ਪੜ੍ਹਦੇ ਹਾਂ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਹੁਣ ਤੁਸੀਂ ਆਪ ਹੀ ਸੋਚੋ ਕਿ ਤੁਸੀਂ ਇਸ ਗੁੰਮਰਾਹ ਕਰਨ ਪ੍ਰਚਾਰ ਦੇ ਵੱਲ ਜਾਣਾ ਹੈ ਜਾਂ ਗੁਰੂ ਦੀ ਗੱਲ ਮੰਨਣੀ ਹੈ। ਇੱਥੇ ਗਲਤੀ ਹੈ ਸਾਡੀਆਂ ਜਿਹੜੀਆਂ ਧਰਮ ਪ੍ਰਚਾਰ ਕਮੇਟੀ ਦੀ ਮੁੱਖ ਗਲਤੀ ਜਿਹੜੀ ਹੈ, ਉਹਨਾਂ ਨੇ ਇਹਨਾਂ ਗੱਲਾਂ ਦਾ ਨੋਟਸ ਲੈਣਾ ਚਾਹੀਦਾ ਸੀ, ਉਹਨਾਂ ਕਿਤਾਬਾਂ ਦਾ ਨੋਟਸ ਲੈਣਾ ਚਾਹੀਦਾ ਸੀ। ਔਰ ਜਦ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ, ਸਾਡਾ ਜਿਹੜਾ ਗੁਰੂ ਗ੍ਰੰਥ ਆ, ਉਹਦੇ 'ਚ ਜਗਜੀਤ ਸਿੰਘ ਜੀ ਆਪਾਂ ਕਈ ਵਾਰੀ ਇਹ ਪ੍ਰੋਗਰਾਮ ਕਰਿਆ ਆ ਕਿ ਗੁਰੂ ਨਾਨਕ ਜਿਹੜੇ ਆ ਉਹ ਅਕਾਲ ਪੁਰਖ ਦੇ ਨਾਲ ਉਹਨਾਂ ਦੀ ਜੋਤ ਦੀ ਜਿਹੜੀ ਉਹ ਭੇਜਤਾ ਸੀ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ। ਔਰ ਉਹ ਜਿਹੜੀ ਜੋਤ ਆ ਉਹਦੀ ਅਖੰਡਤਾ ਗਈ ਕਿ ਉਹਨਾਂ ਨੇ ਆਪਣੇ ਜੀਂਦੇ ਜੀ ਜੋਤ ਜਿਹੜੀ ਉਹ ਭਾਈ ਲੈਣੇ ਚਲੇ ਗਈ। ਜੋਤ ਉਹ ਜੁਗ ਸਾਇ ਸੇ ਕਾਇਆ ਫੀਲ ਪਲਟ ਗਈ। ਇਹ ਜਿਹੜਾ ਸਿਧਾਂਤ ਸੀਗਾ, ਇਸ ਸਿਧਾਂਤ ਦੇ ਨਾਲ ਕਾਊਂਟਰ ਕਰਨਾ ਚਾਹੀਦਾ ਸੀ ਜੋ ਯੂਨੀਵਰਸਿਟੀਆਂ 'ਚ ਲਿਖਵਾਇਆ ਗਿਆ, ਜਾਂ ਉਹ ਗੁਰੂ ਸਾਹਿਬ ਦੇ ਗਿਆਨ ਨੂੰ ਜਿਹੜਾ ਇੱਕ ਦੁਨਿਆਵੀ ਪੱਧਰ 'ਤੇ ਲਿਆਇਆ ਗਿਆ। ਇਹ ਫਰਜ਼ ਬਣਦਾ ਸੀ ਸਾਡੇ ਧਰਮ ਪ੍ਰਚਾਰ ਕਮੇਟੀ ਦਾ ਤੇ ਅਕਾਲ ਤਖਤ ਦਾ ਉਹਨਾਂ ਕਿਤਾਬਾਂ ਨੂੰ ਕਾਊਂਟਰ ਕਰਨਾ ਕਿ ਤੁਸੀਂ ਕਿੱਦਾਂ ਕਹਿ ਸਕਦੇ ਆ ਕਿ ਗੁਰੂ ਨਾਨਕ ਜਿਹੜੇ ਆ ਸਾਡੇ ਕੋਲ ਸਾਰੇ ਸਬੂਤ ਪਏ ਵੀ ਉਹਨਾਂ ਦੀ ਜੋਤ ਜਿਹੜੀ ਹੈ ਉਹ ਅਕਾਲ ਪੁਰਖ ਦੇ ਨਾਲ ਭੇਦ। ਠੀਕ ਹੈ ਨਾ ਜੀ। ਤੇ ਜਦੋਂ ਜੋਤ ਅਕਾਲ ਪੁਰਖ ਨਾਲ ਭੇਜਦੇ ਆ ਤੇ ਉਹ ਅਕਾਲ ਪੁਰਖ ਦਾ ਰੂਪ ਆ। ਇਹ ਹੁਣ ਫਰਜ਼ ਬਣਦਾ ਸੀ ਸਾਡੀਆਂ ਸੰਸਥਾਵਾਂ ਦਾ ਇਹਨਾਂ ਚੀਜ਼ਾਂ ਨੂੰ ਕਾਊਂਟਰ ਕਰਨਾ, ਪਰ ਕਿਸੇ ਨੇ ਕਾਊਂਟਰ ਕੀਤਾ ਨਹੀਂ। ਸਗੋਂ ਉਹਨਾਂ ਨੇ ਇਹਨਾਂ ਸੰਸਥਾਵਾਂ 'ਤੇ ਵੀ ਸਾਰੀਆਂ 'ਤੇ ਕਬਜ਼ਾ ਕਰ ਲਿਆ। ਉਹਨਾਂ ਦੇ ਨਾਲ ਕੀ ਹੋਇਆ ਕਿ ਜਿਹੜਾ ਸਾਡੇ ਧਰਮ ਦਾ ਜੋਤ ਦੀ ਅਖੰਡਤਾ ਜਿਹਨੂੰ ਆਪਾਂ ਕਹਿੰਦੇ ਹਾਂ, ਹੁਣ ਗੁਰੂ ਨਾਨਕ ਦੀ ਜੋਤ ਦੀ ਅਖੰਡਤਾ ਨੂੰ ਖੰਡਿਤ ਕਰਨ ਲਈ ਯੂਨੀਵਰਸਿਟੀਆਂ 'ਚ ਇੰਨਾ ਕੁਛ ਲਿਖਾਇਆ ਗਿਆ, ਪਰ ਸਾਡੀਆਂ ਜਿਹੜੀਆਂ ਜ਼ਿੰਮੇਵਾਰ ਸੰਸਥਾਵਾਂ ਸੀ ਉਹਨਾਂ ਨੇ ਇਹਨਾਂ ਨੂੰ ਕਾਊਂਟਰ ਨਹੀਂ ਕੀਤਾ ਜਿਹੜਾ ਕਰਨਾ ਚਾਹੀਦਾ ਸੀ। ਕਿਉਂਕਿ ਦੁਨਿਆਵੀ ਗਿਆਨ ਜਿਹੜਾ ਜਗਜੀਤ ਸਿੰਘ ਜੀ ਦੇਖੋ, ਦੁਨਿਆਵੀ ਗਿਆਨ ਆ ਵਿਗਿਆਨ, ਔਰ ਗੁਰੂ ਨਾਨਕ ਪਾਤਸ਼ਾਹ ਨੇ ਗੱਲ ਜਿਹੜੀ ਕੀਤੀ ਉੱਥੇ ਗੱਲ ਅੰਤ ਤੇ ਅੰਤ ਦੀ ਹੈ, ਉਹਦਾ ਕੋਈ ਅੰਤ ਹੈ ਹੀ ਨਹੀਂ। ਵਿਗਿਆਨ ਜਿਹੜਾ ਇਹ ਅੱਜ ਇੰਨੀ ਮਿਹਨਤ ਕਰਕੇ 2-4 ਪੁਲਾੜੇ ਨਾਲ ਲੱਭੇ, ਔਰ ਗੁਰੂ ਨਾਨਕ ਜਿਹੜੇ ਆ ਉਹ ਅੱਜ ਤੋਂ 550 ਸਾਲ ਪਹਿਲਾਂ ਕਹਿ ਗਏ ਪਤਾਲਾਂ ਪਤਾਲ ਲੱਖ ਅਗਾਸਾਂ ਗਾਸ। ਹੁਣ ਚੱਕਰ ਕੀ ਆ ਕਿ ਇਹਨਾਂ ਨੂੰ ਲੋੜ ਕਿਉਂ ਪੈ ਰਹੀ ਹੈ ਲਟਾਉਣ ਦੀ, ਵੀ ਹੁਣ ਜਿਸ ਧਰਮ ਨੂੰ ਇਹ ਉੱਥੇ ਮਨੂ ਸਿਮਰਤੀ ਨੂੰ ਚਲਾਉਣਾ ਚਾਹੁੰਦੇ ਆ, ਹੁਣ ਉਹ ਸਾਰਿਆਂ ਨੂੰ ਪਤਾ ਕਿ ਉਹਦਾ ਕੋਈ ਬੇਸ ਹੀ ਹੈ ਨਹੀਂ। ਇਹ ਕੀ ਕਰ ਰਹੇ ਆ ਕਿ ਉਹਨੂੰ ਸਹੀ ਸਾਬਤ ਕਰਨ ਲਈ, ਪਰ ਵਿਗਿਆਨ ਜਿਹੜਾ ਇਹੋ ਜਿਹੇ ਧਰਮ ਜਿਹਨਾਂ ਦੀ ਕੋਈ ਬੇਸ ਹੀ ਹੈ ਨਹੀਂ ਉਹਨੂੰ ਨਹੀਂ ਮੰਨਦਾ। ਪਰ ਸਿੱਖ ਧਰਮ ਨੂੰ ਦੁਨੀਆ ਭਰ ਦੇ ਸਕਾਲਰਾਂ ਨੇ ਮੰਨਿਆ ਕਿ ਇੱਕ ਵਿਗਿਆਨਕ ਧਰਮ ਹੈ। ਹੁਣ ਉਸ ਵਿਗਿਆਨਕ ਸਿੱਖ ਧਰਮ ਨੂੰ ਨੀਵਾਂ ਦਿਖਾਉਣ ਲਈ ਇਹ ਸਾਰੀਆਂ ਕਿਤਾਬਾਂ ਜਿਹੜੀਆਂ ਮਨੂ ਸਿਮਰਤੀ ਦੇ ਆਧਾਰ 'ਤੇ ਲਿਖਾਈਆਂ ਜਾ ਰਹੀਆਂ, ਇਹ ਸਾਰਾ ਜਿਹੜਾ ਮਿਥਿਹਾਸ ਆ, ਮਿਥਿਹਾਸ ਨੂੰ ਥੋਪਿਆ ਜਾ ਰਿਹਾ। ਔਰ ਸਿੱਖ ਧਰਮ ਦੇ ਕੋਲ ਹਰ ਚੀਜ਼ ਜਿਹੜੀ ਹੈ, ਜੇ ਅਸੀਂ ਲਈਏ ਅਧਿਆਤਮ ਪੱਖੋਂ ਤੇ ਗੁਰੂ ਗ੍ਰੰਥ ਸਾਹਿਬ, ਜੇ ਅਸੀਂ ਇਤਿਹਾਸ ਪੱਖੋਂ ਲਈਏ ਤੇ ਜਿਹੜਾ ਜਦੋਂ ਤੋਂ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਲੈ ਕੇ ਸਾਰਾ ਗੁਰੂ ਇਤਿਹਾਸ ਦਾ ਸੰਘਰਸ਼ ਲੈ ਲਓ, ਸਿੱਖ ਇਤਿਹਾਸ ਦਾ ਸੰਘਰਸ਼ ਲੈ ਲਓ, ਔਰ ਪੰਜਾਬ ਦੇ ਚੱਪੇ ਚੱਪੇ ਤੇ ਸਿੱਖ ਇਤਿਹਾਸ ਇਹਨਾਂ ਨੇ ਆਪਣੇ ਖੂਨ ਨਾਲ ਲਿਖਿਆ।
ਉਹ ਸਾਰੀ ਚੀਜ਼ ਨੂੰ ਇਹ ਉਲਟਾ ਕੇ ਆਪਣੇ ਹੱਕ 'ਚ ਭੁਗਤਾਉਣਾ ਚਾਹੁੰਦੇ ਆ ਵੀ ਉਹ ਸਾਡੇ ਇਹ ਸਿੱਖ ਜਿਹੜੇ ਆ ਇਹ ਤੇ ਟੈਂਪਰੇਰੀ ਖਾਲਸਾ ਸਾਜਿਆ ਸੀ ਤੇ ਉਹ ਸਾਡੇ ਧਰਮ ਲਈ ਵਿਚਾਰ ਹੀ ਰੱਖਿਆ ਸੀ। ਹੁਣ ਇਹ ਸਾਡੇ ਵਿਦਵਾਨ ਜਿਹੜੇ ਆ, ਜਿਹੜੇ ਯੂਨੀਵਰਸਿਟੀਆਂ 'ਚ ਇਹਨਾਂ ਦੇ ਅਨੁਸਾਰੀ ਲਿਖ ਰਹੇ ਆ, ਉਹਨਾਂ ਨੂੰ ਥੋੜ੍ਹਾ ਬਹੁਤਾ ਇੱਥੇ ਵਿਚਾਰ ਕਰਨੀ ਚਾਹੀਦੀ ਹੈ। ਤੇ ਜਾਂ ਇਹਨੂੰ ਕਾਊਂਟਰ ਕਰਨ ਲਈ ਫਿਰ ਜਿੰਨੇ ਸਾਡੇ ਬੁੱਧੀਜੀਵੀ ਹੈਗੇ ਆ ਬੈਠੇ ਆ, ਪਰ ਉਹਨਾਂ ਦੀ ਗੱਲ ਕੋਈ ਜੇ ਉਹ ਲੇਖ ਲਿਖ ਵੀ ਦਿੰਦੇ ਸ਼ਬਦਾਂ ਨਹੀਂ, ਮੈਂ ਹੁਣ ਨਾਂ ਨਹੀਂ ਲੈਂਦਾ, ਆਪਣੇ ਕੋਲ ਸਾਰੇ ਬੁੱਧੀਜੀਵੀ ਬੈਠੇ, ਉਹਨਾਂ ਨੇ ਇੰਨੀਆਂ ਕਿਤਾਬਾਂ ਲਿਖੀਆਂ, ਪਰ ਬਦਕਿਸਮਤੀ ਕੀ ਹੈ ਵੀ ਉਹ ਜਦੋਂ ਕੋਈ ਆਰਟੀਕਲ ਖਾਸ ਕਰ ਅੰਗਰੇਜ਼ੀ ਅਖਬਾਰਾਂ 'ਚ ਲਿਖਦੇ ਉਹ ਛਾਪਦੇ ਨਹੀਂ, ਸਮਝਦੇ ਆ। ਇਸ ਕਰਕੇ ਮੈਂ ਤਾਂ ਕਾਲ ਚੈਨਲ ਦਾ ਧੰਨਵਾਦ ਕਰੂੰਗਾ ਕਿ ਤੁਸੀਂ ਘੱਟੋ ਘੱਟ ਜਿਹੜੀ ਰਿਐਲਿਟੀ ਆ, ਜਿਹੜਾ ਸਿੱਖ ਧਰਮ ਦਾ ਬੇਸ ਆ, ਸਾਡੀ ਇਤਿਹਾਸ ਆ, ਇਹਨੂੰ ਤੁਸੀਂ ਲੋਕਾਂ ਦੇ ਸਾਹਮਣੇ ਰੱਖ ਰਹੇ ਆ। ਇਸ ਕਰਕੇ ਜੋ ਯੂਨੀਵਰਸਿਟੀਆਂ 'ਚ ਲਿਖਵਾਇਆ ਜਾ ਰਿਹਾ, ਸਾਨੂੰ ਉੱਤੇ ਧਿਆਨ ਦੇਣ ਦੀ ਲੋੜ ਆ ਵੀ ਜਿਹੜੇ ਚੀਜ਼ ਦਾ ਕੋਈ ਆਧਾਰ ਹੀ ਹੈ ਨਹੀਂ, ਉਹ ਤੇ ਸਾਡੇ ਕੋਲ ਸਭ ਕੁਝ ਪਿਆ। ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਹੁਸ਼ਿਆਰ ਹੋਣ ਦੀ ਲੋੜ ਆ ਵੀ ਭਾਈ ਇਹਨਾਂ ਦੀ ਹਰ ਗੱਲ ਨੂੰ ਕਾਊਂਟਰ ਕਰੋ। ਕਵੀ ਸੈਨਾਪਤ ਗੁਰੂ ਸਾਹਿਬ ਨੂੰ ਸਗਲ ਸ੍ਰਿਸ਼ਟ ਮੈਂ ਢਾਪੀ ਚਾਦਰ ਕਹਿ ਰਹੇ ਨੇ, ਪਰ ਦੂਜੇ ਬੰਨੇ ਉਹਨਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਪ੍ਰਚਾਰਿਆ ਗਿਆ। ਉਹ ਹਿੰਦੂ ਧਰਮ ਦੀ ਗੱਲ ਨਹੀਂ ਸੀ, ਗੱਲ ਇਹ ਸੀ ਕਿ ਜਿਹੜੀ ਹੈਗੀ ਹੈ ਫਰੀडम ਆਫ ਪ੍ਰੋਫੈਸ਼ਨ, ਕਿ ਕਿਹੜੇ ਬੰਦੇ ਨੇ ਕਿਹੜਾ ਧਰਮ ਚੂਜ਼ ਮੰਨਣਾ, ਇਹ ਬੰਦੇ ਦੀ ਆਪਦੀ ਆਜ਼ਾਦੀ ਹੋਣੀ ਚਾਹੀਦੀ ਹੈ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਉਹ ਕਿਹੜੀ ਤਾਕਤ ਸੀ ਜਿਸ ਨਾਲ ਪੰਜਾਬ ਵਿੱਚ ਸੰਘਰਸ਼ ਇੰਨਾ ਚਿਰ ਕੱਢ ਗਿਆ। ਪੰਜਾਬ ਦੇ ਮਾਮਲੇ ਵਿੱਚ ਇਹ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਵੀ ਸਿੱਖ ਵਿਦਵਾਨਾਂ ਨੇ ਉਸ ਪੱਧਰ ਤੇ ਆਪਣਾ ਯੋਗਦਾਨ ਨਹੀਂ ਪਾਇਆ। ਅੱਜ ਕਈ ਬੰਦੇ ਉੱਠ ਕੇ ਕਹਿ ਦਿੰਦੇ ਆ ਜੀ ਉਹਦੀ ਕੀ ਪ੍ਰਾਪਤੀ ਹੋਈ, ਮੁੜ ਕੇ ਟਕਸਾਲ ਵੀ ਕਿੱਥੇ ਗਈ, ਜੇ ਹੋ ਗਿਆ ਉਹ ਹੋ ਗਿਆ। ਇਹ ਕੋਈ ਪੱਕੇ ਇੰਤਜ਼ਾਮ ਨਹੀਂ ਹੁੰਦੇ। ਭਾਰਤ ਦੀਆਂ ਬਹੁਤ ਸਾਰੀਆਂ ਘੱਟ ਗਿਣਤੀਆਂ ਵਿੱਚੋਂ ਸਿਰਫ ਸਿੱਖ ਹੀ ਇੱਕ ਅਜਿਹੀ ਘੱਟ ਗਿਣਤੀ ਹੈ ਜਿਹੜੀ ਕੌਮ ਦਾ ਦਰਜਾ ਤੇ ਮਾਣ ਹਾਸਲ ਕਰ ਸਕੇ। ਗੁਰੂ ਨਾਨਕ ਸਾਹਿਬ ਜਦੋਂ ਲਫ਼ਜ਼ ਵਰਤਦੇ ਆ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਉਹ ਅੱਜ ਵਾਲਾ ਭਾਰਤ ਨਹੀਂ ਹੈ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਾਡੇ ਪੜ੍ਹੇ ਲਿਖੇ ਵਿਦਵਾਨ, ਪ੍ਰੋਫੈਸਰ, ਪ੍ਰਿੰਸੀਪਲ ਇਹੋ ਜਿਹੀ ਗਲਤੀ ਕਰਦੇ ਹਨ।